ਬੇਸ਼ੱਕ ਮੈਂ ਦਿੱਲੀ ਤੋਂ ਜਿੱਤਿਆ, ਬੇਸ਼ੱਕ ਮੈਂ ਦਿੱਲੀ ਦਾ ਐਮਪੀ ਹਾਂ, ਪਰ ਮੇਰੀ ਜਿਹੜੀ ਵਾਬਸਤਗੀ ਆ, ਮੇਰਾ ਸਬੰਧ ਆ, ਉਹ ਉਸ ਧਰਤੀ ਨਾਲ ਆ ਜਿੱਥੇ ਜਗਤ ਗੁਰੂ ਪੈਦਾ ਹੋਏ, ਗੁਰੂ ਨਾਨਕ ਸਾਹਿਬ, ਤੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਹੋਕਾ ਦੇ ਕੇ ਕਿਹਾ ਸੀ, ਨਾਮ ਖੁਮਾਰੀ ਨਾਨਕਾ ਚੜੀ ਚੜ੍ਹੀ ਰਹੇ ਰਹੇ ਦਿਨ ਦਿਨ ਰਾਤ। ਝੰਡਾ ਸਿੱਖੀ ਦਾ ਚੜਾਉਣਾ, ਪੰਥ ਖਾਲਸਾ ਸਜਾਉਣਾ, ਝੰਡਾ ਸਿੱਖੀ ਦਾ ਚੜਾਉਣਾ, ਆਨੰਦਪੁਰ ਚ ਖੰਡੇ ਨੂੰ ਹੱਥ ਫੜ ਕੇ ਬਾਜਾਂ ਵਾਲਾ ਵਾਜਾਂ ਮਾਰਦਾ, ਸਿੰਘਾਂ ਨੂੰ ਦੀਵਾਨ ਵਿੱਚ ਖੜ ਕੇ ਬਾਜਾਂ ਵਾਲਾ ਵਾਜਾਂ ਮਾਰਦਾ। ਪੈ ਗਈ ਮੈਨੂੰ ਲੋੜ ਪੰਜ ਸਿਰਾਂ ਦੀ ਪਿਆਰਿਓ, ਦਿਲ ਦਸਮੇਸ਼ ਜੀ ਦੇ ਤਪਦੇ ਨੂੰ ਠਾਰਿਓ। ਸਰਕਾਰਾਂ ਵੱਲੋਂ ਤਾਂ ਮੈਨੂੰ ਬਹੁਤ ਤਕਲੀਫ ਦਿੱਤੀ ਗਈ ਔਰ ਸਾਲਾਂ ਬੱਧੀ ਦਿੱਤੀ ਗਈ, ਲੇਕਿਨ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਸੀ। ਤੇ ਮੈਨੂੰ ਇਹ ਲੱਗਾ ਸੀ, ਮੈਂ ਆਪਾਂ ਗੁਰੂ ਨਾਨਕ ਸਾਹਿਬ ਜਗਤ ਗੁਰੂ ਆ, ਉਹਨਾਂ ਨੇ ਫਰਮਾਇਆ ਸੀ ਕਿ ਏਤੀ ਮਾਰ ਪਈ ਕੁਰਲਾਣੀ ਤੈਂ ਕੀ ਦਰਦ ਨਾ ਆਇਆ। ਵਾਜਪਾਈ ਸਾਹਿਬ ਇੱਕ ਵਾਰੀ ਆਏ, ਤਸ਼ਰੀਫ ਲਿਆਏ, ਤਾਂ ਉਹਨਾਂ ਨੇ ਕਿਹਾ ਯਾਰ ਲੱਭੋ ਉਹਨੂੰ। ਫਿਰ ਮੈਨੂੰ ਲੈ ਕੇ ਗਏ, ਬਤੌਰ ਪ੍ਰਾਈਮ ਮਿਨਿਸਟਰ ਹੀ ਉਹ ਤਸ਼ਰੀਫ ਲਿਆਏ ਸਨ ਪੰਜਾਬ। ਮੈਂ ਹਿੰਦੀ ਉਰਦੂ ਚ ਗਾਉਣਾ ਸ਼ੁਰੂ, ਕਹਿਣ ਲੱਗੇ ਯਾਰ ਹੀਰ ਸੁਣਾ ਮੈਨੂੰ ਹੀਰ। ਮੈਂ ਕਿਹਾ ਉਹਦੇ ਤੇ ਫਿਰ ਉਹ ਤਾਂ ਐਕਸਪਰਟ ਆ ਸੀ, ਫਿਰ ਮੈਂ ਹੀਰ ਸੁਣਾਈ, ਮੈਨੂੰ ਯਾਦ ਆ। ਇੰਨੇ ਵੱਡੇ ਸਟੇਚਰ ਤੇ ਪਹੁੰਚਣ ਤੋਂ ਬਾਅਦ, ਇੰਨੇ ਲੀਡਰਸ ਨੂੰ ਮਿਲਣ ਤੋਂ ਬਾਅਦ, ਇੰਨੀ ਗਾਇਕੀ ਦੇ ਵਿੱਚ ਸ਼ੋਹਰਤ ਪ੍ਰਾਪਤ ਕਰਨ ਤੋਂ ਬਾਅਦ ਡੇਰੇ ਤੇ ਜਾ ਕੇ ਬਹਿ ਗਏ, ਸਭ ਕੁਝ ਛੱਡਤਾ। ਪੰਜਾਬੀ ਹੋਣ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਵਾਸਤੇ ਤੁਸੀਂ ਬਹੁਤ ਕੁਝ ਕੀਤਾ, ਉਹਦੇ ਬਾਵਜੂਦ ਪੰਜਾਬ ਦੇ ਲੋਕਾਂ ਦੇ ਮਨ 'ਚ ਅਜਿਹੀ ਕਿਹੜੀ ਗੱਲ ਆਈ ਕਿ ਤੁਹਾਨੂੰ ਪੰਜਾਬ ਤੋਂ ਨਹੀਂ ਜਿਤਾਇਆ, ਪਰ ਦਿੱਲੀ ਦੇ ਲੋਕਾਂ ਨੇ ਜਾ ਕੇ ਦਿੱਲੀ ਤੋਂ ਤੁਹਾਨੂੰ ਪਾਰਲੀਮੈਂਟ ਦਾ ਬੂਹਾ ਦਿਖਾਤਾ। CKSP 600 AM ਸ਼ੇਰੇ ਪੰਜਾਬ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਮੈਂ ਸਮੀਰ ਕੌਸ਼ਲ ਇੱਕ ਵਾਰ ਫਿਰ ਤੋਂ ਹਾਰਦਿਕ ਨਿੱਘਾ ਸਵਾਗਤ ਕਰਦਾ। ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ, ਜਿੱਦਾਂ ਮੈਂ ਸਵੇਰ ਤੋਂ ਹੀ ਦੱਸਿਆ, ਕੱਲ੍ਹ ਵੀ ਦੱਸਿਆ ਸੀ ਕਿ ਇੱਕ ਐਸੀ ਸ਼ਖਸੀਅਤ ਸ਼ਾਮਿਲ ਹੋ ਰਹੇ ਨੇ ਜਿਨ੍ਹਾਂ ਦਾ ਤਾਰੁਫ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦੇ ਵੱਲੋਂ ਜੋ ਕੁਝ ਪੰਜਾਬੀ ਕਲਚਰ ਦੇ ਵਾਸਤੇ, ਪੰਜਾਬੀਅਤ ਦੇ ਵਾਸਤੇ ਔਰ ਕਮਿਊਨਿਟੀ ਦੇ ਵਾਸਤੇ ਕੀਤਾ ਗਿਆ, ਉਹ ਵਾਕਈ ਬਹੁਤ ਕਾਬਿਲ ਤਾਰੀਫ ਹੈ। ਔਰ ਇਸੇ ਕਰਕੇ ਨਾ ਕੇਵਲ ਇਕੱਲੇ ਪੰਜਾਬ ਦੇ ਵਿੱਚ, ਬਲਕਿ ਪੂਰੇ ਭਾਰਤ 'ਚ ਔਰ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ, ਉਹ ਉਹਨਾਂ ਦੇ ਦਿਲਾਂ 'ਤੇ ਰਾਜ ਕਰਦੇ ਨੇ। ਪੰਜਾਬੀ ਲੋਕ ਗੀਤ, ਪੰਜਾਬੀ ਪੌਪ, ਬਾਲੀਵੁੱਡ, ਸੂਫੀਜ਼ਮ ਦੀ ਗੱਲ ਕਰੀਏ ਜਾਂ ਰਾਜਨੀਤੀ ਦੀ ਗੱਲ ਕਰੀਏ, ਹਰ ਇੱਕ ਖੇਤਰ ਦੇ ਵਿੱਚ ਉਹਨਾਂ ਨੇ ਆਪਣੀ ਧਾਕ ਜਮਾਈ ਹੈ। ਸਰਕਾਰ ਦੇ ਵੱਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਦਮ ਸ਼੍ਰੀ ਦੇ ਨਾਲ ਵੀ ਨਵਾਜ਼ਿਆ ਗਿਆ। ਮੇਰੀ ਮੁਰਾਦ ਹੈ ਸ਼੍ਰੀ ਹੰਸਰਾਜ ਹੰਸ ਹੋਣਾ ਤੋਂ, ਜਿਹੜੇ ਕਿ ਮੈਂਬਰ ਆਫ ਪਾਰਲੀਮੈਂਟ ਵੀ ਨੇ। ਹੰਸਰਾਜ ਹੰਸ ਜੀ ਅੱਜ ਸਾਡੇ ਨਾਲ ਨੇ ਔਰ ਭਾਰਤ ਤੋਂ ਸਾਡੇ ਨਾਲ ਜੁੜੇ ਹੋਏ ਨੇ। ਇਸ ਵੇਲੇ ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ਜਿਹੜਾ ਉਹ ਵੀ ਕੀਤਾ ਜਾ ਰਿਹਾ। ਹੰਸਰਾਜ ਹੰਸ ਜੀ ਜਲੰਧਰ ਦੇ ਨੇੜੇ ਪਿੰਡ ਸ਼ਫੀਪੁਰ, ਜਿੱਥੇ ਇਹ ਪੈਦਾ ਹੋਏ, ਔਰ ਗ੍ਰੈਜੂਏਸ਼ਨ ਇਹਨਾਂ ਦੀ DAV ਕਾਲਜ ਜਲੰਧਰ ਤੋਂ ਹੀ ਹੋਈ। ਔਰ ਸੰਗੀਤ ਜਿਹੜਾ ਸ਼ੁਰੂਆਤੀ ਸੰਗੀਤ ਇਹਨਾਂ ਨੇ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੇ ਕੋਲੋਂ ਸਿੱਖਿਆ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਹੰਸਰਾਜ ਹੰਸ ਜੀ ਦੇ ਨਾਲ ਹੀ ਤੁਹਾਡਾ ਜਿਹੜਾ ਤਾਰੁਫ ਕਰਾਉਣਾ ਔਰ ਗੱਲਬਾਤ ਜਿਹੜੀ ਆਪਾਂ ਸ਼ੁਰੂ ਕਰਦੇ ਹਾਂ। ਪਰ ਦੱਸ ਦਈਏ ਕਿ ਹੰਸਰਾਜ ਹੰਸ ਜੀ ਨੂੰ ਸੰਗੀਤ ਦੇ ਵਿੱਚ ਹੀ ਉਹਨਾਂ ਦੀਆਂ ਸੇਵਾਵਾਂ ਦੇਖਦੇ ਹੋਏ ਵਾਸ਼ਿੰਗਟਨ DC ਦੀ ਯੂਨੀਵਰਸਿਟੀ ਔਰ ਸੇਨ ਹਾਊਜ਼ੇ ਦੀ ਸਟੇਟ ਯੂਨੀਵਰਸਿਟੀ ਵੱਲੋਂ ਵੀ ਆਨਰਰੀ ਡਿਗਰੀਜ਼ ਦੇ ਕੇ ਨਵਾਜ਼ਿਆ ਜਾ ਚੁੱਕਾ ਹੈ। ਹੰਸਰਾਜ ਹੰਸ ਜੀ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਹੰਸਰਾਜ ਹੰਸ ਜੀ, ਔਰ ਸਵਾਗਤ ਹੈ ਤੁਹਾਡਾ। ਤੁਸੀਂ ਸਾਡੇ ਨਾਲ ਜੁੜੇ, ਸਮਾਂ ਕੱਢਿਆ, ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ। ਸਤਿ ਸ਼੍ਰੀ ਅਕਾਲ ਸਮੀਰ ਸਾਹਿਬ, ਤੁਹਾਡੇ ਵਿਊਵਰਸ, ਤੁਹਾਡੇ ਲਿਸਨਰਸ ਨੂੰ, ਹਜ਼ਾਰਾਂ ਮੀਲ ਦੂਰ ਬੈਠੇ ਔਰ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਕੋਈ ਸੁਣ ਜਾਂ ਦੇਖ ਰਿਹਾ, ਸਾਰਿਆਂ ਨੂੰ ਬਾ ਅਦਬ ਸਤਿ ਸ਼੍ਰੀ ਅਕਾਲ, ਨਮਸਕਾਰਮ, ਆਦਾਬ। ਜਨਾਬ ਹੰਸ ਜੀ, ਅਸੀਂ ਚਾਹਾਂਗੇ ਸ਼ੁਰੂਆਤ ਜਿਹੜੀ ਹੈ, ਅਸੀਂ ਚਾਹਾਂਗੇ ਕੁਝ ਐਸੇ ਅਣਛੂਏ ਪਹਿਲੂ ਜਿਨ੍ਹਾਂ ਦੇ ਬਾਰੇ ਸ਼ਾਇਦ ਘੱਟ ਗੱਲਬਾਤ ਹੋਈ ਹੈ। ਤੁਹਾਡੇ ਬਚਪਨ ਦੇ ਬਾਰੇ ਥੋੜ੍ਹਾ ਜਾਣਨਾ ਚਾਹਾਂਗੇ ਕਿ ਜਦੋਂ ਤੋਂ ਤੁਸੀਂ ਹੋਸ਼ ਸੰਭੀ, ਪਰਿਵਾਰ 'ਚ ਕੌਣ ਕੌਣ ਸੀ, ਹਾਲਾਤ ਕਿਹੋ ਜਿਹੇ ਸੀ, ਕੀ ਸੰਗੀਤ ਬਾਰੇ ਉਦੋਂ ਵੀ ਗੱਲਾਂ ਚੱਲਦੀਆਂ ਸੀ? ਬਹੁਤ ਸਧਾਰਨ ਪਰਿਵਾਰ 'ਚ ਮੇਰਾ ਜਨਮ ਹੋਇਆ। ਖੇਤੀਬਾੜੀ ਕਰਦੇ ਸੀ, ਪਹਿਲਾਂ ਨੌਕਰੀ ਵੀ ਕਰਦੇ ਸੀ ਖੇਤਾਂ 'ਚ, ਪਰ ਫਿਰ ਆਪਣਾ ਪੌੜੀ 'ਤੇ ਲੈ ਕੇ ਜ਼ਮੀਨ ਠੇਕੇ 'ਤੇ ਵਾਹੁੰਦੇ ਸੀ। ਮੇਰੇ ਪਿਤਾ ਜੀ ਸਰਦਾਰ ਅਰਜਨ ਸਿੰਘ ਜੀ, ਮਾਤਾ ਜੀ ਅਜੀਤ ਕੌਰ। ਜਲੰਧਰ ਤੋਂ, ਸ਼ਹਿਰ ਤੋਂ ਥੋੜ੍ਹੀ ਦੂਰ ਦੂਰ ਸ਼ਫੀਪੁਰ ਪਿੰਡ ਹੈ, ਬੜਾ ਹੀ ਬੈਕਵਰਡ ਟਾਈਪ ਦਾ ਇਲਾਕਾ ਹੈਗਾ ਉਹ, ਅਤੇ ਉੱਥੇ ਮੈਂ ਪੈਦਾ ਹੋਇਆ। ਜਿੱਥੇ ਤੱਕ ਸੰਗੀਤ ਦਾ ਤਾਲੁਕ ਹੈ, ਸੰਗੀਤ
ਅਸੀਂ ਕਹਿ ਨਹੀਂ ਸਕਦੇ ਕਿ ਘਰਾਣੇਦਾਰ ਜਾਂ ਕੋਈ ਫੈਮਿਲੀ 'ਚ ਐਸਾ ਕੋਈ ਗੁਲੂਕਾਰ ਸਿੰਗਰ ਜਾਂ ਆਰਟਿਸਟ ਸੀ, ਲੇਕਿਨ ਡੈਸਟਨੀ ਕਹਿ ਲਓ, ਪਰਾਲਬਧ ਕਹਿ ਲਓ, ਮੇਰੇ ਕਰਮਾਂ 'ਚ ਸੀ ਇਹ ਸੂਖਮ ਕਲਾ ਨੂੰ, ਅਤੀ ਸੂਖਮ ਕਲਾ ਨੂੰ ਅਪਣਾਉਣਾ। ਤੇ ਮੈਂ ਬੇਸਾਖਤਾ ਹੀ ਬਚਪਨ ਤੋਂ ਗਾਉਣ ਲੱਗ ਪਿਆ। ਇੱਦਾਂ ਹੀ ਸਿਲਸਿਲੇ ਚੱਲਦੇ ਗਏ। ਜਦੋਂ ਮੈਂ ਹੋਸ਼ ਸੰਭਾਲੀ, ਬੜਾ ਵੱਡਾ ਪਰਿਵਾਰ ਸੀ। ਛੋਟੇ ਹੁੰਦਿਆਂ ਦਾਦਾ ਜੀ ਦੇ ਵੀ ਦਰਸ਼ਨ ਕੀਤੇ। ਸਭ ਤੋਂ ਪਹਿਲਾਂ ਉਹ ਗਏ, ਫਿਰ ਮਾਤਾ ਪਿਤਾ ਗਏ, ਫਿਰ ਚਾਚੇ ਮੇਰੇ 5 ਸੀ ਉਹ ਵੀ ਗਏ। ਉਹ ਮਤਲਬ ਉਹਨਾਂ ਚੋਂ ਇੱਕ ਜਾਂ 2 ਰਹਿ ਗਏ ਨੇ, ਤੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਪਿੰਡ ਚੋਂ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕੋਲ ਬੈਠ ਕੇ ਚਰਨਾਂ ਸੀ, ਯਾਨੀ ਭਰਿਆ ਮੇਲਾ ਸੀ। ਆਹਿਸਤਾ ਆਹਿਸਤਾ ਜਿਵੇਂ ਸਮਾਂ ਗੁਜ਼ਰਦਾ ਹੈ, ਜਿਵੇਂ ਬੰਦਾ ਆਪਣੇ ਉਮਰ ਦੇ ਪੜਾਅ ਨੂੰ ਤੈਅ ਕਰਦਾ ਹੈ, ਤੇ ਮੇਲਾ ਵਿਛੜਦਾ ਜਾਂਦਾ ਹੈ। ਇੱਕ ਦਿਨ ਉਹ ਆਉਣਾ ਜਦੋਂ ਆਪਾਂ ਵੀ ਨਹੀਂ ਹੋਣਾ। ਪਰ ਮੇਰੀਆਂ ਯਾਦਾਂ, ਮੇਰੀ ਰੂਹ, ਮੈਂ ਜਿੱਥੇ ਵੀ ਰਵਾਂ ਪਿੰਡ ਸ਼ਫੀਪੁਰ 'ਚ ਹੀ ਵਸਦੀ ਹੈ। ਤੁਹਾਡੀ ਜਿਹੜੀ ਪਰਸਨੈਲਿਟੀ ਹੈ ਬੜੀ ਗੰਭੀਰ ਪਰਸਨੈਲਿਟੀ ਹੈ। ਤੁਸੀਂ ਹਮੇਸ਼ਾ ਗਾਇਕੀ ਦੇਖੀਏ, ਹਾਲਾਂਕਿ ਤੁਸੀਂ ਪੌਪ ਦੇ ਵਿੱਚ ਵੀ ਬਹੁਤ ਮੱਲਾਂ ਮਾਰੀਆਂ, ਪੌਪ ਸਿੰਗਿੰਗ ਦੇ ਵਿੱਚ ਵੀ, ਚਾਹੇ ਅਸੀਂ ਗੱਲ ਕਰੀਏ ਹੋਰ ਜਿਹੜੇ ਖੇਤੇ ਨੇ ਉਹਨਾਂ ਦੇ ਵਿੱਚ ਵੀ, ਲੇਕਿਨ ਕੁੱਲ ਮਿਲਾ ਕੇ ਗੰਭੀਰ ਤੁਹਾਡੀ ਪਰਸਨੈਲਿਟੀ ਹੈ। ਪਰ ਕੀ ਬਚਪਨ ਦੇ ਵਿੱਚ ਡੈਫੀਨੇਟਲੀ ਸ਼ਰਾਰਤਾਂ ਤਾਂ ਕੀਤੀਆਂ ਹੋਣੀਆਂ, ਕੁਝ ਐਸੀਆਂ ਸ਼ਰਾਰਤਾਂ ਜਿਹੜੀਆਂ ਅਜੇ ਯਾਦ ਹੋਣ, ਜਵਾਨੀ ਦੇ ਵਿੱਚ ਕੁਝ ਅਜਿਹੇ ਕੰਮ ਕੀਤੇ ਹੋਣ ਜਿਹੜੇ ਆਮ ਤੌਰ 'ਤੇ ਨੌਜਵਾਨ ਕਰਦੇ ਆ, ਕੁਝ ਅਜਿਹੀਆਂ ਯਾਦਾਂ ਸਾਡੇ ਨਾਲ ਕੁਝ ਸਾਂਝੀਆਂ ਕਰਨੀਆਂ ਚਾਹੋ, ਦੋਸਤਾਂ ਯਾਰਾਂ ਦੇ ਨਾਲ ਕੀਤੇ ਕੁਝ ਕੰਮ? ਉਦਾਸ ਜਿਹਾ ਪਿੰਡ ਸੀ, ਤੇ ਘਰ 'ਚ ਵੀ ਉਦਾਸੀ ਸੀ ਖਾਸ ਤਰ੍ਹਾਂ ਦੀ। ਉਹਦੀ ਵਜ੍ਹਾ ਕਿ ਮੈਨੂੰ ਇਹ ਲੱਗਦਾ ਸੀ ਕਿ ਮੇਰੇ ਮਾਈ ਬਾਪ ਕਿੱਥੇ ਚਲੇ ਜਾਂਦੇ ਸਵੇਰੇ ਸਵੇਰੇ ਔਰ ਸ਼ਾਮ ਨੂੰ ਪਰਤਦੇ। ਇੱਕ ਖਾਸ ਤਰ੍ਹਾਂ ਦੀ ਉਦਾਸੀ ਪੱਲੇ ਪਈ ਹੋਈ ਸੀ। ਤੇ ਬਚਪਨ 'ਚ ਜਿਵੇਂ ਕਹਿ ਲਓ ਕਿ ਨੌਟੀ, ਇੰਗਲਿਸ਼ ਕਹਿ ਦਿੰਦੇ, ਸ਼ਰਾਰਤੀ ਆਪਾਂ ਕਹਿ ਦਿੰਦੇ ਆ, ਉਸ ਕਿਸਮ ਸ਼ਰਾਰਤਾਂ ਮੇਰੇ ਹਿੱਸੇ ਨਹੀਂ ਆਈਆਂ। ਮੈਂ ਛੋਟੇ ਹੁੰਦਿਆਂ ਹੀ ਅਲੱਗ ਬਹਿਣਾ ਪਸੰਦ ਕਰਦਾ ਸੀ, ਔਰ ਜਿਹੜੇ ਮੇਰੇ ਦੋਸਤ ਵੀ ਸੀ ਉਹਨਾਂ ਨਾਲ ਪੜ੍ਹਨ ਦੇ ਵੇਲੇ ਅਸੀਂ ਇਕੱਠੇ ਹੁੰਦੇ ਸਾਂ। ਪਰ ਜਦੋਂ ਘਰ ਆ ਜਾਂਦਾ ਸੀ, ਘਰ ਵੀ ਥੋੜ੍ਹਾ ਮਾਤਾ ਪਿਤਾ ਨੂੰ ਮਿਲੇ, ਭੈਣ ਭਰਾਵਾਂ ਨੂੰ ਮਿਲੇ, ਤੇ ਬਾਹਰ ਜਾ ਕੇ ਖੇਤਾਂ 'ਚ ਜਾਂ ਉੱਥੇ ਕਬਰਾਂ ਸੀ, ਉੱਥੇ ਮੈਨੂੰ ਮੇਰਾ ਦਿਲ ਲੱਗਦਾ ਸੀ ਸ਼ੁਰੂ ਤੋਂ ਹੀ। ਇਹ ਮੈਨੂੰ ਪਤਾ ਨਹੀਂ ਇਹਦੀ ਵਜ੍ਹਾ ਕੀ ਹੈ, ਲੇਕਿਨ ਇਸ ਤਰ੍ਹਾਂ ਹੀ ਬਸ ਕੁਛ ਰਿਹਾ। ਬਹੁਤ ਜ਼ਿਆਦਾ ਸ਼ਰਾਰਤੀ ਕਿਸਮ ਦਾ ਮੇਰਾ ਬਚਪਨ ਨਹੀਂ ਗੁਜ਼ਰਿਆ। ਤੁਸੀਂ ਦੱਸਿਆ ਕਿ ਚੁਣੌਤੀਆਂ ਬਹੁਤ ਸੀ, ਉਦਾਸੀ ਦੀ ਤੁਸੀਂ ਗੱਲ ਕੀਤੀ, ਚੁਣੌਤੀਆਂ ਦੀ ਗੱਲ ਕੀਤੀ। ਸੰਗੀਤ ਵੱਲ ਝੁਕਾਅ ਕਿਵੇਂ ਹੋਇਆ? ਖਾਸ ਤੌਰ 'ਤੇ ਜੇ ਪਹਿਲੇ 2-3-4 ਗਾਣੇ ਜਿਸ ਤਰੀਕੇ ਦੇ ਤੁਹਾਡੇ ਆਏ, ਸੰਗੀਤ ਵੱਲ ਝੁਕਾਅ ਕੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹੌਲੀ ਹੌਲੀ ਆਪਣੇ ਆਪ ਹੀ ਹੋਇਆ, ਮਾਂ ਸਰਸਵਤੀ ਦੀ ਕਿਰਪਾ ਕਿਵੇਂ ਹੋਈ? ਬਸ ਸ਼ੌਕੀਆ ਤੌਰ ਤੇ, ਇੱਕ ਤਾਂ ਮੇਰੇ ਚਾਚਾ ਜੀ, ਉਹਨਾਂ ਨੂੰ ਸਾਰਾ ਪਿੰਡ ਗਿਆਨੀ ਜੀ ਕਹਿੰਦੇ ਸੀ, ਸਰਦਾਰ ਪਿਆਰਾ ਸਿੰਘ, ਉਹ ਵੀ ਹੁਣ ਪਿਛਲੇ ਸਾਲ ਸੁਰਗਵਾਸ ਹੋਏ ਆ। ਔਰ ਉਹ ਕਿੰਗ ਤੇ ਜੋੜੀ ਪਹਿਲਾਂ ਤੁਸੀਂ ਸ਼ਾਇਦ ਦੇਖਿਆ ਵੀ, ਦੁਤਾਰੇ ਨਾਲ ਗਾ ਕੇ ਤੇ ਲਗੋਜ਼ਿਆਂ ਨਾਲ ਗਾਉਂਦੇ, ਐਵੇਂ ਹੀ ਘਰ 'ਚ ਬੈਠੇ ਉਹਨਾਂ ਦੇ ਕੁਝ ਸਾਥੀ ਤੇ ਉਹ ਗਾਉਂਦੇ ਸੀ। ਇੱਕ ਫਕੀਰ ਦੁਰਵੇਸ਼ ਗਜ਼ਾਗਰ ਸਵੇਰੇ ਸਵੇਰੇ ਆਉਂਦਾ ਸੀ, ਜਿਹਦੇ ਲੰਬੇ ਲੰਬੇ ਵਾਲ ਹੁੰਦੇ ਸਨ, ਦਾੜੀ ਰੱਖੀ ਹੁੰਦੀ ਸੀ। ਉਸ ਸ਼ਖਸੀਅਤ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਉਹ ਸੁਬਾਹ ਉੱਠ ਕੇ ਕਹਿੰਦਾ ਹੁੰਦਾ ਸੀ ਕਿ ਨਾਮ ਜਪ ਲੈ ਨਮਾਣੀਏ ਜਿੰਦੇ, ਤੇ ਔਖੀ ਆਏਗਾ। ਫਿਰ ਉਹ ਕਹਿੰਦਾ ਸੀ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਫਿਰ ਉਸ ਬੰਦੇ ਨੇ, ਯਾਨੀ ਇਸ ਤਰ੍ਹਾਂ ਦੇ ਮੇਰੇ ਅਜੇ ਵੀ ਚੇਤਿਆਂ 'ਚ ਵਸੇ ਆ। ਉਹਨਾਂ ਨੇ ਕਬਰਾਂ ਦੇ ਵੱਲ ਧਿਆਨ ਜਦੋਂ ਜਾਂਦਾ ਤੇ ਕਹਿਣ ਲੱਗਦੇ, ਫਰੀਦਾ ਉਹ ਜੋ ਦਿਸਣ ਢੇਰੀਆਂ, ਉਹਨਾਂ ਤੇ ਪੈ ਕੱਖ, ਉਧਰੋਂ ਕੋਈ ਨਹੀਂ ਬੌੜਿਆ ਤੇ ਇਧਰੋਂ ਟੁਰ ਗਏ ਲੱਖ। ਉਹ ਡਫਲੀ ਵਜਾ ਕੇ ਗਾਉਂਦਾ। ਇਹ ਮੈਂ ਜੋ ਲੰਬੇ ਲੰਬੇ ਵਾਲ ਔਰ ਦਾੜੀ ਕਟਾਉਂਦਾ ਨਹੀਂ ਸੀ, ਜਿੱਧਰ ਨੂੰ ਵੱਧਦੇ ਸੀ ਵਧੀ ਜਾਂਦੇ ਸੀ। ਇਹ ਮੇਰਾ ਗੈਟਅਪ ਵੀ ਉਹਨਾਂ ਦੀ ਅਸਰ ਹੋਇਆ। ਉਹ ਬਚਪਨ ਤੋਂ ਉਹ ਵੀ ਮੇਰਾ ਖਿਆਲ ਕਰਦੇ ਸੀ। ਮੈਨੂੰ ਤਾਂ ਪਤਾ ਨਹੀਂ ਸੀ ਸੰਗੀਤ ਕੀ ਆ, ਬਹੁਤ ਜ਼ਿਆਦਾ ਬਚਪਨ ਦੀ ਗੱਲ ਹੈ, ਜਦੋਂ ਬੱਚਾ ਮਾੜਾ ਮੋਟਾ ਹੋਸ਼। ਪਰ ਉਹ ਮੇਰੇ ਨਾਲ ਇਨ ਟੱਚ ਰਹੇ ਬਹੁਤ ਦੇਰ। ਸਕੂਲ 'ਚ ਵੀ ਆ ਜਾਂਦੇ ਅੱਧੀ ਛੁੱਟੀ ਨੂੰ ਮੈਨੂੰ ਮਿਲਣ। ਫਿਰ ਮੈਂ ਕਾਲਜ ਲੱਗ ਗਿਆ DAV, ਪਤਾ ਨਹੀਂ ਉਹ ਕਿਵੇਂ ਲੱਭ ਲੈਂਦੇ ਸੀ ਮੈਨੂੰ। ਤੇ ਬਸ ਉਹ ਮੇਰਾ ਖਿਆਲ ਆ ਇਹ ਆ। ਫਿਰ ਜਦੋਂ ਥੋੜ੍ਹੀ ਜਿਹੀ ਹੋਰ ਹੋਸ਼ ਆਈ
ਤੇ ਪਿੰਡ ਤੋਂ ਕੋਠਿਆਂ ਤੇ ਸਪੀਕਰ ਲੱਗਦੇ ਹੁੰਦੇ ਸੀ, ਕੋਈ ਜੀ। ਫੰਕਸ਼ਨ ਹੋਵੇ, ਕਿਸੇ ਨੇ ਖੰਡ ਪਾਠ ਕਰਾਉਣਾ ਜਾਂ ਕੁੜਮਾਈ ਵਗੈਰਾ ਹੋਣੀ, ਤੇ ਯਮਲਾ ਜੀ ਦਾ ਪਹਿਲਾ ਗਾਣਾ ਲੱਗਦਾ ਹੁੰਦਾ ਸੀ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਜਾਂ ਲਾਲਾ ਵਹਿੰਦੀ ਦੁਨੀਆ ਸਾਰੀ ਏ। ਫਿਰ ਉਹਨਾਂ ਨੇ ਗਾਉਣਾ ਕਿ ਜੰਗਲ ਦੇ ਵਿੱਚ ਖੂਆ ਲਵਾ ਦੇ, ਉੱਤੇ ਪਵਾ ਦੇ ਡੋਲ, ਸਖੀਆ ਨਾਮ ਸਾਈਂ ਦਾ ਬੋਲ। ਉਹ ਬਸ ਉਹ ਜਿਹੜੀ ਇੱਕ ਤਾਰਾ ਉਹ ਵਜਾਉਂਦੇ ਸਨ, ਜਾਂ ਉਹਨਾਂ ਦੀ ਆਵਾਜ਼ ਸੀ। ਮੈਨੂੰ ਲੱਗਦਾ ਹੁੰਦਾ ਮੈਂ ਯਮਲਾ ਜੀ ਦਾ ਕਰਕੇ ਜ਼ਿਆਦਾ ਆਰਟਿਸਟ, ਔਰ ਉਹਨਾਂ ਦਾ ਹੀ ਮੁਰੀਦ ਆਸ਼ਿਕ ਸੀ ਮੈਂ। ਤੇ ਇਹ ਅਲੱਗ ਗੱਲ ਆ, ਜਦੋਂ ਮੈਂ ਉਹਨਾਂ ਦਾ ਸ਼ਾਗਿਰਦ ਹੋਣ ਗਿਆ ਲੁਧਿਆਣੇ ਸ਼ਹਿਰ ਤੇ ਫਿਰ ਉਹਨਾਂ ਨੇ ਕਿਹਾ ਬੇਟਾ ਆਪਣੇ ਮਾਂ-ਬਾਪ ਨੂੰ ਲੈ ਕੇ ਆ। ਫਿਰ ਮਾਈ ਬਾਪ ਤਾਂ ਚਾਹੁੰਦੇ ਨਹੀਂ ਸੀ ਮੈਂ ਇਹਨੂੰ ਪ੍ਰੋਫੈਸ਼ਨ ਅਖਤਿਆਰ ਕਰਾਂ। ਮੈਂ ਫਿਰ ਇੱਕ ਵਾਰੀ ਰੇਡੀਓ ਤੇ ਉਦੋਂ ਦਿਹਾਤੀ ਪ੍ਰੋਗਰਾਮ ਚਾਹੁੰਦੇ ਹੁੰਦੇ ਸੀ, ਇੱਕ ਦਿਨ ਪਹਿਲਾਂ ਹੀ ਅਨਾਉਂਸਮੈਂਟ ਹੋ ਜਾਂਦੀ ਸੀ ਕੱਲ ਨੂੰ ਯਮਲਾ ਜੀ ਆਉਣਗੇ ਜਾਂ ਕੋਈ ਹੋਰ ਆਰਟ। ਮੈਂ ਬਾਹਰ ਉਹਨਾਂ ਦੀ ਇੰਤਜ਼ਾਰ ਕਰਦਾ ਰਿਹਾ। ਉਦੋਂ ਲੋਕ ਸਾਦਾ ਦਿਲ ਹੁੰਦੇ ਸੀ, ਸਾਦਗੀ ਉਹਨਾਂ ਦਾ ਗਹਿਣਾ ਹੁੰਦਾ ਸੀ ਜੀ। ਥੱਲੇ ਹੀ ਅਸੀਂ ਘਾਹ ਤੇ ਬੈਠੇ ਤੋਂ ਚਾਹ ਪੀ ਰਹੇ ਸੀ। ਮੈਂ ਕਿਹਾ ਕਿ ਮੈਨੂੰ ਸ਼ਾਗਿਰਦ ਪਾ ਲਓ। ਕਹਿੰਦੇ ਬੇਟਾ ਤੇਰਾ ਜਿਹੜਾ ਗਾਣਾ ਹੈ ਨਾ ਉਹ ਥੋੜਾ ਜਿਹਾ ਮੈਨੂੰ ਸੁਣਾ। ਮੈਂ ਕਹਿਣ ਲੱਗੇ ਤੂੰ ਤਾਂ ਕੁਦਰਤੀ ਕਲਾਸੀਕਲ ਦਾ ਬੰਦਾ, ਤੂੰ ਮੇਰਾ ਸ਼ਾਗਿਰਦ ਨਾ ਬਣ, ਤੂੰ ਹੀਰਾ ਆ। ਲੋਕਾਂ ਨੇ ਕਿਹਾ ਉਹ ਹੀਰਿਆ, ਤੈਨੂੰ ਤਰਾਸ਼ਣ ਦੀ ਲੋੜ ਆ। ਤੇ ਫਿਰ ਮੇਰੇ ਉਸਤਾਦ ਜੀ ਮਿਲੇ, ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ, ਤੇ ਉਹਨਾਂ ਨੇ ਫਿਰ ਬਾਕਾਇਦਾ ਮੈਨੂੰ ਮੌਸੀਕੀ ਦੀ ਤਾਲੀਮ ਦਿੱਤੀ। ਤੇ ਸੂਫੀਜ਼ਮ ਜਿਹੜਾ ਉਹ ਤੁਹਾਨੂੰ ਪਤਾ ਹੀ ਆ, ਪੜ੍ਹਨਾ ਨਹੀਂ ਆਉਂਦਾ, ਜਿਉਣਾ ਪੈਂਦਾ। ਉਹ ਅੱਗੇ ਮੁਰੀਦ ਸੀਗੇ ਉਧਰ ਵਾਲੇ ਸਾਈਂ ਜੀ ਦੇ। ਤੇ ਫਿਰ ਮੇਰਾ ਬਚਪਨ ਫਿਰ ਉੱਥੇ ਹੀ ਗੁਜ਼ਰਿਆ। ਉਹ ਸੰਗੀਤ ਸਿੱਖਣ ਮੈਂ ਕਈ ਵਾਰੀ ਜਲੰਧਰ ਆਉਂਦਾ, ਕਦੀ ਉਹ ਇੱਥੇ ਆ ਜਾਂਦੇ, ਪਰ ਜ਼ਿਆਦਾ ਸਮਾਂ ਮੈਂ ਉੱਥੇ ਰਿਹਾ ਨਕੋਦਰ ਸਾਈਂ ਜੀ ਕੋਲ। ਅੱਛਾ, ਤੁਸੀਂ ਸ਼ਾਗਿਰਦ ਔਰ ਉਸਤਾਦ ਦੇ ਰਿਸ਼ਤਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਦੇ ਦੌਰ ਦੇ ਵਿੱਚ ਉਸਤਾਦ ਔਰ ਸ਼ਾਗਿਰਦ ਦੇ ਰਿਸ਼ਤੇ ਕਿਹੋ ਜਿਹੇ ਆ, ਔਰ ਤੁਹਾਡੇ ਸਮੇਂ ਕਿਹੋ ਜਿਹੇ ਸੀ? ਸੁਣਨ 'ਚ ਮੇਰੇ ਵੀ ਆਉਂਦਾ ਸੀ, ਕਿਉਂਕਿ ਮੇਰਾ ਪਰਿਵਾਰ ਵੀ ਜਿਹੜਾ ਸੰਗੀਤ ਜਗਤ ਦੇ ਨਾਲ ਥੋੜ੍ਹੇ ਜੁੜੇ ਸੀ। ਸੋ ਸੁਣਨ 'ਚ ਆਉਂਦਾ ਸੀ ਕਿ ਉਸਤਾਦਾਂ ਦੇ ਅੱਗੇ ਬਹਿਣਾ, ਉਸਤਾਦਾਂ ਦੇ ਅੱਗੇ ਗੱਲ ਕਰਨੀ, ਇਹਨੂੰ ਵੀ ਬੜਾ ਵੱਡਾ ਇੱਕ ਗੁਨਾਹ ਕਈ ਵਾਰ ਮੰਨਿਆ ਜਾਂਦਾ ਸੀ। ਅੱਜ ਦੇ ਦੌਰ ਦੇ ਵਿੱਚ ਜਿਹੜਾ ਉਸਤਾਦ ਅਤੇ ਸ਼ਾਗਿਰਦ ਦਾ ਰਿਸ਼ਤਾ ਹੈ, ਔਰ ਤੁਹਾਡੇ ਸਮੇਂ ਉਸਤਾਦ ਅਤੇ ਸ਼ਾਗਿਰਦ ਦਾ ਰਿਸ਼ਤਾ, ਇਹਦੇ 'ਚ ਕਿਹੋ ਜਿਹਾ ਬਦਲਾਅ ਦੇਖਦੇ ਹੋ? ਉਹ ਇਸ ਤਰ੍ਹਾਂ ਕਿ ਇੱਕ ਤਾਂ ਮੇਰੇ ਗੁਰੂ ਜੀ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਹੋ ਗਏ। ਫਿਰ ਬੇਟਾ ਇਹ ਸੁਧੀਰ ਕੌਸ਼ਲ ਸਾਹਿਬ ਆ, ਇਹਨਾਂ ਵਰਗੇ ਗਜ਼ਲ ਔਰ ਲਾਈਟ ਮਿਊਜ਼ਿਕ ਨਹੀਂ ਕੋਈ ਗਾਉਂਦਾ ਰੇਡੀਓ ਤੇ। ਫਿਰ ਮੈਂ ਸੁਣਨਾ ਤੇ ਮੈਂ ਉਹਨਾਂ ਨੂੰ ਵੀ ਗੁਰੂ ਜੀ ਦੇਖੋ ਕਹਿਣਾ। ਫਿਰ ਜਸਵੰਤ ਭੰਵਰਾ ਸਾਹਿਬ ਨੂੰ ਕਹਿਣਾ ਬੇਟੇ ਇਹ ਤਾਂ ਰੱਬ ਲੋਕ ਆ, ਬੜੇ ਵੱਡੇ ਮਿਊਜ਼ਿਕ ਡਾਇਰੈਕਟਰ, ਮੈਂ ਉਹਨਾਂ ਦੇ ਵੀ ਪੈਰਾਂ 'ਚ ਬੈਠੇ ਰਹਿਣਾ। ਯਾਨੀ ਨਾ ਅਸੀਂ ਤਾਂ ਉਸਤਾਦਾਂ ਦੀਆਂ ਜੁੱਤੀਆਂ ਸਿੱਧੀਆਂ ਕਰ ਕਰਕੇ ਹੀ ਫਨਕਾਰ ਬਣ ਗਏ। ਗੁਰੂ ਸ਼ਿਸ਼ ਪਰੰਪਰਾ ਉਦੋਂ ਹੁੰਦੀ ਸੀ, ਤੇ ਉਦੋਂ ਕੋਈ ਇਹ ਨਹੀਂ ਸੀ ਹੁੰਦਾ ਸਾਨੂੰ ਸ਼ੋਹਰਤ ਮਿਲੇ, ਸਾਡੇ ਰਿਕਾਰਡ ਬਣਨ, ਜਾਂ ਸਾਨੂੰ ਪਪੂਲੈਰਿਟੀ ਮਿਲੇ। ਉਹ ਜਿਹੜਾ ਇਸ਼ਕ ਦੀ ਮੁਹੱਬਤ ਸੀ, ਉਹ ਆਪਣੇ ਮਹਿਬੂਬ ਦੇ ਸ਼ਖਸੀਅਤ ਵਿੱਚ ਆਪਣੀ ਹਸਤੀ ਨੂੰ ਖਤਮ ਕਰ ਲੈਣਾ, ਆਪਣੀ ਸੋਚ ਉਹਨਾਂ ਦੇ ਕੋਲ ਰੱਖ ਦੇਣੀ। ਉਹੀ ਜੋ ਸੋਚਦੇ ਸੀ, ਉਹ ਰਾਤ ਨੂੰ ਰਾਤ, ਦਿਨ ਕਹਿਣ ਤੇ ਦਿਨ ਕਹਿਣਾ, ਤੇ ਜੋ ਵੀ ਉਹਨਾਂ ਦਾ ਹੁਕਮ ਹੁੰਦਾ ਸੀ ਉਹ ਰੱਬ ਦਾ ਹੁਕਮ ਸਮਝ ਕੇ ਅਸੀਂ ਮੰਨਦੇ ਸਾਂ। ਹੁਣ ਤੱਕ ਮੈਂ ਨਜ਼ਰ ਮਿਲਾ ਕੇ ਆਪਣੇ ਉਸਤਾਦ ਜੀ ਨਾਲ ਗੱਲ ਨਹੀਂ ਅਜੇ ਕਰ ਸਕਿਆ। ਤੇ ਹੁਣ ਜਿਹੜਾ ਐਟ ਪ੍ਰੈਜ਼ੈਂਟ ਦੌਰ ਚੱਲ ਰਿਹਾ, ਇਹ ਬੜਾ ਸਖਤ ਦੌਰ ਚੋਂ ਆਪਾਂ ਗੁਜ਼ਰ ਰਹੇ ਹਾਂ। ਇਹਦੇ ਵਿੱਚ ਸਕੂਲ ਦਾ ਚਾਹੇ ਹੋਵੇ, ਚਾਹੇ ਮੌਸੀਕੀ ਦਾ ਹੋਵੇ, ਕੋਈ ਵੀ ਉਸਤਾਦ ਹੋਵੇ, ਉਸ ਤਰ੍ਹਾਂ ਦਾ ਸ਼ਾਇਦ ਅਦਬ ਕਰਨ ਦਾ ਰਿਵਾਜ ਨਹੀਂ ਰਹਿ ਗਿਆ। ਇਸੇ ਕਰਕੇ ਆਹਿਸਤਾ ਆਹਿਸਤਾ ਪਪੂਲੈਰਿਟੀ ਤਾਂ ਮਿਲ ਰਹੀ ਆ, ਔਰ ਪੈਸੇ ਵੈਸੇ ਵੀ ਸ਼ੋਅ ਵੀ ਬਹੁਤ ਹੈ, ਪਰ ਜਿਹੜੀ ਰੂਹ ਆ ਨਾ ਗਾਣੇ ਦੀ, ਰੂਹਾਨੀ ਜਿਹਨੂੰ ਕਹਿੰਦੇ ਸੀ ਰੂਹ ਦੀ ਗਜ਼ਾ, ਉਹ ਥੋੜੀ ਜਿਹੀ ਘਟ ਗਈ ਆ। ਹਾਲਾਂਕਿ ਅਜੇ ਵੀ ਯੰਗ ਬੱਚੇ ਬੜੇ ਬੜੇ ਟੈਲੈਂਟਡ ਨਿਕਲ ਰਹੇ ਆ, ਐਸੀ ਕੋਈ ਗੱਲ ਨਹੀਂ ਕਿ ਇਸ ਚੀਜ਼ ਦਾ ਵੀ ਹੁੰਦਾ, ਉਹਨਾਂ ਲਈ ਮੇਰੇ ਮਨ 'ਚ ਬਹੁਤ ਹੈ, ਪਰ ਹੁਣ ਘਟ ਗਿਆ ਉਹ ਚੱਲਣ। ਉਸਤਾਦੀ ਸ਼ਾਗਿਰਦੀ ਵਾਲਾ ਉਹਦੇ ਲਈ ਪੇਸ਼ੈਂਸ ਚਾਹੀਦੀ ਹੈ। ਇੱਥੇ ਤੇ ਘੱਟੋ ਘੱਟ 12 ਸਾਲ ਦਾ ਕੋਰਸ ਆ, ਜੇ ਇਸ਼ਕ ਹੋ ਜਾਏ ਤੇ ਤਾਂ ਉਮਰਾਂ ਚੱਲਦਾ, ਉਮਰਾਂ ਦੇ ਤੱਕ। ਸਾਡਾ ਮੇਰਾ ਕਦੀ ਮੈਨੂੰ ਲੱਗਾ ਹੀ ਨਹੀਂ ਕਿ ਮੇਰੀ ਇੰਨੀ ਉਮਰ ਹੋ ਗਈ ਹੈ, ਜਾਂ ਉਸਤਾਦ ਜੀ ਬਜ਼ੁਰਗ, ਇਸ ਤਰ੍ਹਾਂ ਲੱਗਦਾ ਕਿ ਮੇਰੇ ਗੁਰੂ ਜੀ ਆ ਔਰ ਮੇਰਾ ਬਚਪਨਾ ਆ, ਔਰ ਅਜੇ ਤੱਕ ਉਹ ਮੁਖਾਤਬ ਵੀ ਮੈਨੂੰ ਉਸੇ ਤਰ੍ਹਾਂ ਹੁੰਦੇ ਆ। ਅੱਛਾ, ਉਸ ਦੌਰ ਦੇ ਵਿੱਚ ਜਦੋਂ ਉਸ ਦੌਰ ਦੇ ਵਿੱਚ ਜਿਹੜਾ ਤੁਹਾਡਾ ਦੌਰ ਸੀ,
ਲੋਕ ਟੇਪ ਰਿਕਾਰਡਰ ਤੇ ਟੇਪਾਂ ਰਿਕਾਰਡ ਕਰਾ ਕੇ ਲੈ ਕੇ ਜਾਂਦੇ ਸੀ ਗਾਣੇ, ਜਾਂ ਦੂਰਦਰਸ਼ਨ ਤੇ ਸੁਣੇ ਜਾਂਦੇ ਸੀ, ਜਾਂ ਕੋਈ ਹੋਰ ਜਿਹੜੇ ਕੁਝ ਪ੍ਰੋਗਰਾਮ ਇੱਕ ਦੋ ਆਉਂਦੇ ਸੀ ਨਵੇਂ ਸਾਲ ਤੇ ਜਾਂ ਹੋਰ, ਉਦੋਂ ਸੁਣੇ ਜਾਂਦੇ ਸੀ। ਸਾਨੂੰ ਇਹ ਦੱਸੋ ਕਿ ਤੁਹਾਡੇ ਸਮਕਾਲੀ ਜਿਹੜੇ ਹੋਰ ਸਿੰਗਰ ਸੀਗੇ ਤੁਹਾਡੇ ਉਸ ਦੌਰ ਦੇ ਵਿੱਚ ਜਿਹੜੇ ਨਾਲ ਚੱਲ ਰਹੇ ਸੀ, ਉਹ ਵੀ ਬੜੇ ਪੋਪੂਲਰ ਸੀ, ਤੁਹਾਡੇ ਗਾਣੇ ਵੀ ਬੜੇ ਪੋਪੂਲਰ ਹੋ ਰਹੇ ਸੀ। ਕਿਹੜੇ ਐਸੇ ਗਾਇਕ ਸੀ ਜਿਨ੍ਹਾਂ ਨੂੰ ਤੁਸੀਂ ਸੁਣਨਾ ਪਸੰਦ ਕਰਦੇ ਸੀ ਉਸ ਦੌਰ ਦੇ ਵਿੱਚ, ਔਰ ਅੱਜ ਦੇ ਨਵੇਂ ਦੌਰ ਦੇ ਵਿੱਚ ਕਿਹੜੇ ਸਿੰਗਰ ਨੇ ਜਿਹੜੇ ਨਵਿਆਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਸੁਣਨਾ ਪਸੰਦ ਕਰਦੇ ਹੋ? ਉਸ ਦੌਰ ਵਿੱਚ ਜਿਹੜੇ ਮੇਰੇ ਪਹਿਲਾਂ ਤਾਂ ਮੈਂ ਜਿਵੇਂ ਦੱਸਿਆ ਯਮਲਾ ਜੀ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਸਨ। ਜਿਹੜੇ ਮੇਰੇ ਸਮਕਾਲੀ ਸਿੰਗਰ ਸੀ ਸਰਦੂਲ ਭਾਜੀ, ਉਹਨਾਂ 'ਚ ਬੜੇ ਸਾਰੇ ਫਰਹਸ ਸੀਗੇ, ਹਾਲਾਂਕਿ ਉਹਨਾਂ ਦਾ ਨਾਮ ਮੇਰੇ ਤੋਂ ਪਹਿਲਾਂ ਹੋ ਗਿਆ ਸੀ, ਇਸ ਲਿਹਾਜ਼ ਨਹੀਂ ਰਿਹਾ। ਗੁਰਦਾਸ ਭਾਜੀ ਬਹੁਤ ਅੱਛੇ ਸੀ, ਤੇ ਇਸ ਤਰ੍ਹਾਂ ਹਾਕਮ ਸੂਫੀ ਸਾਹਿਬ, ਇਹ ਬਾ ਕਮਾਲ ਲੋਕ ਹਨ। ਬਦਕਿਸਮਤੀ ਨਾਲ ਸਰਦੂਲ ਭਾਈ ਔਰ ਹਾਕਮ ਜੀ ਨਹੀਂ, ਗੁਰਦਾਸ ਭਾਜੀ ਉਹਨਾਂ ਨੂੰ ਰੱਬ ਲੰਬੀ ਉਮਰ ਕਰੇ। ਤੇ ਇਸ ਤਰ੍ਹਾਂ ਮੈਂ ਉਹਨਾਂ ਨੂੰ ਸਭ ਨੂੰ ਸੁਣਦਾ ਸੀ। ਅੱਜ ਕੱਲ੍ਹ ਮੇਰੇ ਉਸਤਾਦ ਜੀ ਦਾ ਬੇਟਾ ਸਲੀਮ ਹੈ, ਬੜਾ ਅੱਛਾ ਗਾਉਂਦਾ। ਫਿਰੋਜ਼ ਖਾਂ ਆ, ਤੁਹਾਡੇ ਭਤੀਜੇ ਦੋਨੇ ਮੇਰੇ ਬੇਟੇ ਆ, ਉਹਨਾਂ ਨੂੰ ਮੈਂ ਉਹਨਾਂ ਦੇ ਸਾਹਮਣੇ ਤਾਂ ਕਦੀ ਐਪਰੀਸ਼ੀਏਟ ਕੀਤਾ ਨਹੀਂ ਬਾਹਲਾ। ਮੈਨੂੰ ਹੁੰਦਾ ਕਿ ਪਰਫੈਕਸ਼ਨਿਸਟ ਬਣੋ, ਹੋਰ ਅੱਛਾ ਗਾਓ, ਲੇਕਿਨ ਉਹ ਵੀ ਬਹੁਤ ਅੱਛੇ ਬੱਚੇ ਗਾ ਰਹੇ, ਸੁਣੀਦਾ, ਸਭ ਨੂੰ ਸੁਣੀਦਾ, ਸਾਰਿਆਂ ਨੂੰ ਮੈਂ ਸੁਣਦਾ। ਪੰਜਾਬੀ ਜੇ ਅਸੀਂ ਇੰਡਸਟਰੀ ਦੀ ਗੱਲ ਕਰੀਏ, ਮਿਊਜ਼ਿਕ ਇੰਡਸਟਰੀ ਦੀ, ਤਾਂ ਤੁਹਾਡਾ ਇੱਕ ਨਾਮ ਹੈ, ਸੁਖਵਿੰਦਰ ਸਿੰਘ ਹੋਣਾ ਦਾ ਵੀ ਨਾਮ ਹੈ, ਪਰ ਤੁਸੀਂ ਪੰਜਾਬੀ ਮਿਊਜ਼ਿਕ ਤੋਂ, ਪੰਜਾਬੀ ਫੋਕ ਤੋਂ, ਪੰਜਾਬੀ ਪੌਪ ਤੋਂ ਬਾਅਦ ਬਾਲੀਵੁੱਡ 'ਚ ਜਾ ਕੇ ਝੰਡੇ ਗਾੜੇ, AR ਰਹਿਮਾਨ ਦੇ ਨਾਲ ਕੰਮ ਕੀਤਾ, ਇਨਫੈਕਟ ਨੁਸਰਤ ਫਤਿਹ ਅਲੀ ਸਾਹਿਬ ਦੇ ਨਾਲ ਤੁਹਾਡੀ ਜਿਹੜੀ ਜੁਗਲਬੰਦੀ ਹੋਈ। ਨਾ ਕੇਵਲ ਇਹ ਜੁਗਲਬੰਦੀ, ਪਰ ਇਹ ਜਦੋਂ ਇਸੇ ਵੱਡੇ ਦਿੱਗਜਾਂ ਦੇ ਨਾਲ ਕੰਮ ਕੀਤਾ, ਉਦੋਂ ਕੀ ਫੀਲ ਹੁੰਦਾ ਸੀ ਕਿ ਇੱਕ ਸ਼ਫੀਪੁਰ ਤੋਂ ਜਿਹੜੇ ਉਦਾਸ ਘਰ ਤੋਂ ਜਾਂ ਉਦਾਸ ਪਿੰਡ ਤੋਂ ਪੈਦਾ ਹੋਇਆ ਇੱਕ ਲੜਕਾ, ਉਹ ਅੱਜ ਐਸੇ ਹੀਰਿਆਂ ਦੇ ਨਾਲ ਕੰਮ ਕਰ ਰਿਹਾ। ਜੇ AR ਰਹਿਮਾਨ ਦੀ ਵੀ ਗੱਲ ਕਰੀਏ ਜਾਂ ਨੁਸਰਤ ਫਤਿਹ ਅਲੀ ਸਾਹਿਬ ਦੀ ਵੀ ਗੱਲ ਕਰੀਏ, ਉਦੋਂ ਇਸ ਕਮਾਈ ਨੂੰ ਕਿਵੇਂ ਦੇਖਦੇ ਸੀ? ਉਦੋਂ ਜਨਾਬ ਇਸ ਤਰ੍ਹਾਂ ਸੀ, ਮੈਨੂੰ ਤੇ ਸਭ ਤੋਂ ਵੱਡਾ ਮੇਰੀ ਜ਼ਿੰਦਗੀ ਦਾ ਹਾਸਲ ਜਿਹੜਾ ਹੈ ਉਹ ਇਹੀ ਆ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੀ ਦੇ ਨਾਲ ਮਿਲਣਾ ਉਹਨਾਂ ਦੇ, ਕਿਉਂਕਿ ਜਦੋਂ ਮੈਨੂੰ ਜਿੱਦਾਂ ਉਸਤਾਦ ਜੀ ਨੇ ਤਾਲੀਮ ਦਿੱਤੀ, ਰੌਸ਼ਨੀ ਆਈ, ਫਿਰ ਅਸੀਂ ਨੁਸਰਤ ਖਾਨ ਸਾਹਿਬ ਨੂੰ ਸੁਣਨ ਲੱਗ ਪਏ ਕਵਾਲੀਆਂ, ਔਰ ਥੋੜੀ ਜਿਹੀ ਸਮਝ ਔਰ ਰਸ ਵੀ ਆਉਣ ਲੱਗ ਪਿਆ। ਸਮਝ ਵੀ ਆਵੇ ਤੇ ਰਸ ਵੀ ਆਵੇ, ਫਿਰ ਸਮਝੋ ਤੁਸੀਂ ਲਿਸਨਰ ਬਣ ਰਹੇ ਆ। ਤੇ ਫਿਰ ਜਿਹਦੇ ਮੇਰੇ ਉਸਤਾਦ ਜੀ ਵੀ ਫੈਨ ਹੋਣ, ਉਹਨਾਂ ਨੂੰ ਜੇ ਮਿਲ ਲੈ ਬੰਦਾ, ਤੇ ਦੇਖੋ ਕਿੱਡੀ ਵੱਡੀ ਗੱਲ ਹੁੰਦੀ ਹੈ। ਫਿਰ ਇੰਗਲੈਂਡ ਦੇ ਵਿੱਚ ਇੱਕ ਟੈਲੈਂਟ ਫਾਈਂਡਿੰਗ ਕੰਪੀਟੀਸ਼ਨ ਹੋਇਆ, ਇੰਡੀਅਨ ਤੇ ਪਾਕਿਸਤਾਨੀ ਤੇ ਇੰਡੀਅਨ ਮਿਲ ਕੇ ਉਹ ਕਰਦੇ ਸਨ। ਮਿਸਟਰ ਅਯੂਬ ਓਰੀਐਂਟਲ ਸਟਾਰ ਦੇ ਮਾਲਕ ਹੁੰਦੇ ਸਨ। ਉਹਨਾਂ ਨੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਸਾਰੀਆਂ ਕੈਸੇਟਸ ਬਣਾਈਆਂ, ਉਹਨਾਂ ਨੇ ਰੱਖਿਆ, ਤੇ ਇੰਡੀਆ ਵੱਲੋਂ ਐਜ ਜੱਜ ਮੈਂ ਗਿਆ ਸੀ ਉੱਥੇ। ਫਿਰ ਆਰਟਿਸਟ ਆਏ, ਤੇ ਜਦੋਂ ਮੈਂ ਪੁੱਛਿਆ, ਮੈਂ ਥੋੜੀ ਦੇਰ ਪਹਿਲੇ ਚਲੇ ਗਿਆ ਹਾਲ 'ਚ, ਮੈਂ ਕਿਹਾ ਦੂਸਰੇ ਜੱਜ ਕੌਣ ਨੇ ਪਾਕਿਸਤਾਨੋਂ? ਕਹਿੰਦੇ ਉਹ ਤੇਰੇ ਸਾਹਮਣੇ ਤੁਰਿਆ ਆ ਰਿਹਾ। ਮੈਂ ਸਾਹਮਣੇ ਦੇਖਿਆ ਨੁਸਰਤ ਫਤਿਹ ਅਲੀ ਖਾਨ ਸਾਹਿਬ ਚਲੇ ਆ ਰਿਹਾ। ਬਸ ਇੰਝ ਹੀ ਲੱਗਾ ਜਿਵੇਂ ਸੁਰ ਦਾ ਪਹਾੜ ਤੁਰਿਆ ਆ ਰਿਹਾ, ਬਸ ਇੱਕ ਬਹਿਰੇ ਹਸਤੀ, ਇੱਕ ਸਮੁੰਦਰ ਤੁਰਿਆ ਆ ਰਿਹਾ। ਔਰ ਮਿਲੇ, ਇੰਝ ਮਿਲੇ ਜਿਵੇਂ ਬੜੀ ਦੇਰ ਦੇ ਵਿਛੜੇ ਹੋਏ ਸੀ, ਲੱਗਾ ਹੀ ਨਹੀਂ ਓਪਰਾਪਣ, ਕਿਉਂਕਿ ਉਹ ਵੀ ਜਲੰਧਰ ਨਾ ਉਹਨਾਂ ਦੀ ਵਾਬਸਤਗੀ ਹੈ, ਜਲੰਧਰ ਸ਼ਹਿਰ ਹੀ ਉਹਨਾਂ ਦੇ ਪੁਰਖੇ ਰਹੇ, ਤੇ ਉਹਨਾਂ ਨੂੰ ਜਲੰਧਰ ਨਾਲ ਬੜੀ ਅਟੈਚਮੈਂਟ ਸੀ। ਫਿਰ ਜਦੋਂ ਆਰਟਿਸਟ ਰਿਜ਼ਲਟ ਕੱਢਦੇ ਆ, ਬਦਕਿਸਮਤੀ ਦੇਖੋ ਕਿਆ ਇਤਫਾਕ, ਅੱਜ ਆਪਾਂ ਇੰਟਰਵਿਊ ਕਰ ਰਹੇ ਹਾਂ, ਮੈਂ ਫਸਟ ਕੱਢਿਆ ਸੀ ਬਲਵਿੰਦਰ ਸਿੰਘ ਸਫਰੀ ਨੂੰ, ਉਹ ਕੱਲ ਉਹਨਾਂ ਦੀ ਡੈਥ ਹੋ ਗਈ, ਬੜਾ ਤਕਲੀਫ ਹੋਈ, ਬੜਾ ਸੋਹਣਾ ਗਾਉਂਦਾ ਸੀ ਉਹ, ਉਹਨੂੰ ਫਸਟ ਕੱਢਿਆ। ਫਿਰ ਜਦੋਂ ਆਪੋ ਆਪਣੇ ਤਾਸੁਰ ਦਿੰਦੇ ਆ ਨਾ ਆਪਣੇ ਕਲਾਕਾਰਾਂ ਬਾਰੇ, ਜੱਜਿਸ ਸਟੇਜ ਦੇ ਉੱਤੇ ਬੁਲਾਉਂਦੇ ਆ ਸਾਰੇ ਜੱਜਿਸ ਨੂੰ, ਨੁਸਰਤ ਖਾਨ ਸਾਹਿਬ ਕਹਿਣ ਲੱਗੇ, ਯਾਰ ਤੂੰ ਇਹ ਤਾਸੁਰ ਨਾ, ਮੈਨੂੰ ਗਾਣਾ, ਜਦੋਂ ਤੈਨੂੰ ਕਹਿਣਗੇ ਤੂੰ ਗਾਣਾ ਸੁਣਾਈ, ਮੈਂ ਤੇਰਾ ਗਾਣਾ ਸੁਣਨਾ ਚਾਹੁੰਦਾ। ਤੇ ਫਿਰ ਮੈਂ ਸੁਣਾਇਆ, ਤੇ ਫਿਰ ਉੱਥੇ ਵਨਸ ਮੋਰ ਹੋ ਗਈ। ਫਿਰ 2-3 ਗਾਣੇ ਮੈਂ ਗਾਏ, ਤੇ ਖਾਨ ਸਾਹਿਬ ਬੜਾ ਖੁਸ਼ ਹੋਏ, ਕਹਿੰਦੇ ਤੇਰੀ ਆਵਾਜ਼ 'ਚੋਂ ਦੁਆਬਾ ਬੋਲਦਾ। ਉਦੋਂ ਮੈਨੂੰ ਨਹੀਂ ਸੀ ਪਤਾ, ਹੁਣ ਮੈਨੂੰ ਪਤਾ ਕਿ ਦੁਆਬਾ ਇੱਕ ਖਾਸ ਅੰਗ ਹੈ। ਜਿੱਦਾਂ ਮਾਲਵੇ 'ਚ ਐਕਸੈਂਟ ਪੰਜਾਬੀ ਦਾ ਬਦਲ ਜਾਂਦਾ, ਮਾਝੇ 'ਚ ਬਦਲ ਜਾਂਦਾ, ਇੰਝ ਗਾਇਕੀ ਵਿੱਚ ਵੀ ਇਲਾਕਾਈ ਅਸਰ ਹੁੰਦਾ ਹੈ। ਉਹਨਾਂ ਨੇ ਕਿਹਾ ਤੇਰੀ ਆਵਾਜ਼ 'ਚ ਦੁਆਬਾ ਬੋਲਦਾ। ਫਿਰ ਇਸ ਤਰ੍ਹਾਂ ਅਸੀਂ ਰਾਬਤੇ 'ਚ ਰਹੇ। ਫਿਰ ਇੱਕ ਵਾਰੀ ਜਦੋਂ ਉਹਨਾਂ ਨੇ ਪਹਿਲੀ ਵਾਰੀ
ਬਾਲੀਵੁੱਡ 'ਚ ਫਿਲਮ ਕੀਤੀ ਕੱਚੇ ਧਾਗੇ, ਤੇ ਪਹਿਲਾ ਗਾਣਾ ਗਾਉਣ ਦਾ ਮੈਨੂੰ ਸ਼ਰਫ ਹਾਸਲ ਹੋਇਆ। ਉਸ ਤੋਂ ਬਾਅਦ ਚੱਲ ਸੋ ਚੱਲ ਬਹੁਤ ਫਿਲਮਾਂ 'ਚ A.R. ਰਹਿਮਾਨ ਸਾਹਿਬ ਨੇ ਮੇਰੇ ਕੋਲ ਇੰਗਲਿਸ਼ ਮੂਵੀ ਵਾਇਸਰਾਇਜ਼ ਹਾਊਸ ਵਿੱਚ ਵੀ ਗਵਾਇਆ, ਨਾਇਕ ਵਿੱਚ ਵੀ ਗਵਾਇਆ। ਫਿਰ ਮੈਂ ਲక్ష్ਮੀਕਾਂਤ ਪਿਆਰੇਲਾਲ ਸਾਹਿਬ ਨਾਲ ਵੀ ਕੰਮ ਕੀਤਾ, ਆਨੰਦ ਰਾਜ ਆਨੰਦ ਸਾਹਿਬ, ਯਾਨੀ ਫਿਰ ਬਾ ਕਮਾਲ ਕੰਮ ਚੱਲ ਪਿਆ ਸੀ। ਲੇਕਿਨ ਉਸ ਤੋਂ ਬਾਅਦ ਮੈਨੂੰ ਵੇਖ ਲਓ ਲਾਸ ਵੇਗਸ ਵੀ ਇੱਕ ਫਿਲਮੀ ਅਵਾਰਡ ਮਿਲਿਆ, ਇੰਗਲਿਸ਼ ਮੂਵੀ ਗਾਈ ਸੀ। 2-3 ਫਿਲਮਾਂ ਨੇ, ਬੈਂਡ ਲਾਈਕ ਬੈਕਮ, ਮੌਨਸੂਨ ਵੈਡਿੰਗ, ਵਾਇਸਰਾਇਜ਼ ਹਾਊਸ। ਤੇ ਭਾਵੇਂ ਮੈਂ ਲਾਸ ਵੇਗਸ ਹੋਵਾਂ, ਪਰ ਉਹ ਸ਼ਫੀਪੁਰ ਵਾਲਾ ਘਰ, ਸ਼ਫੀਪੁਰ ਵਾਲਾ ਬੋਰਡ, ਸ਼ਫੀਪੁਰ ਦੇ ਲੋਕ, ਜਦੋਂ ਸੌ ਜਾਂਦਾ ਮੈਂ ਸੁਪਨੇ ਮੈਨੂੰ ਉੱਥੇ ਦੇ ਆਉਂਦੇ ਸੀ, ਉਦੋਂ ਵੀ ਤੇ ਹੁਣ ਵੀ। ਇਹ ਪਿੰਡ ਮੇਰੇ ਇਸ ਤਰ੍ਹਾਂ ਸੀਨੇ ਮੇਰੇ ਹੀ ਨਹੀਂ, ਜਿਹੜਾ ਬੰਦਾ ਜਿੱਥੇ ਜੰਮਦਾ, ਤੁਸੀਂ ਕੈਨੇਡਾ ਰਹਿੰਦੇ ਹੋ, ਤੁਹਾਨੂੰ ਵੀ ਅਕਸਰ ਉਹ ਘਰ ਯਾਦ ਆਉਂਦਾ, ਜਾਂ ਉਹ ਸ਼ਹਿਰ ਯਾਦ ਆਉਂਦਾ, ਜਾਂ ਦੋਸਤ ਯਾਦ ਆਉਂਦੇ। ਠੀਕ ਗੱਲ, ਇਹ ਮੇਰੇ ਖਿਆਲ ਨਾਲ ਸਭ ਦਾ ਇਹੀ ਹਾਲ ਹੈ ਜਿਹੜੇ ਪੰਜਾਬੀ ਡਾਇਸਪੋਰਾ ਇੱਥੇ ਰਹਿੰਦਾ। ਅਲਟੀਮੇਟਲੀ ਅਸੀਂ ਜੀਂਦੇ ਉਹਨਾਂ 1 ਮਹੀਨੇ ਲਈ ਹਾਂ, ਜਦੋਂ ਅਸੀਂ ਵਾਪਸ ਜਾਂਦੇ ਹਾਂ ਆਪਣੇ ਪਿੰਡਾਂ 'ਚ, ਆਪਣੇ ਘਰਾਂ 'ਚ। ਅਸੀਂ ਮੇਰੇ ਖਿਆਲ ਨਾਲ 11 ਮਹੀਨੇ ਜਿਹੜੀ ਮਿਹਨਤ ਕਰਦੇ ਹਾਂ, ਉਸ 1 ਮਹੀਨੇ ਵਾਸਤੇ ਹੀ ਕਰਦੇ ਹਾਂ। ਕੋਈ ਐਸਾ ਗਾਣਾ ਜਿਹੜਾ ਬਹੁਤ ਨੇੜੇ ਤੁਹਾਡੇ ਦਿਲ ਦੇ ਹੋਵੇ, ਜਿਹਦੇ ਤੁਸੀਂ 2 ਲਾਈਨਾਂ ਗੁਣਗੁਣਾ ਕੇ ਸਾਡੇ ਨਾਲ ਸਾਂਝੀਆਂ ਕਰ ਸਕੋ? ਮੈਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ, ਡਾਇਵਰਟ ਹੋ ਗਿਆ ਕਿ ਅੱਜ ਕੱਲ ਰਿਆਜ਼ ਘਟ ਗਿਆ, ਹੋਰ ਹੀ ਚ ਪੈ ਗਏ ਆ, ਸਿਆਸਤ। ਉਹਦੇ ਬਾਰੇ ਸਵਾਲ ਬਾਅਦ ਚੋਂ ਕਰਾਂਗੇ, ਉਹਦੇ ਬਾਰੇ ਮੈਂ ਹਜੇ ਆਣਾ ਤੁਹਾਡੇ ਕੋਲ। ਮੈਂ ਅਜੇ ਜਵਾਬ ਵੱਲ ਨਹੀਂ ਮੈਂ ਤੁਰਿਆ, ਮੈਂ ਸਿਰਫ ਇਹ ਸਪਸ਼ਟੀਕਰਨ ਦੇਣਾ ਚਾਹੁੰਦਾ ਕਿ ਤੁਹਾਡਾ ਹੁਕਮ ਤਾਂ ਮੈਂ ਮੰਨ ਕੇ ਥੋੜਾ ਗਾ ਦਿੰਦਾ, ਜਿੱਦਾਂ ਦਾ ਵੀ ਜੇ ਗਲਾ ਚੱਲਿਆ ਥੋੜਾ ਤੇ ਮੈਂ ਸੁਣਾਉਣਾ ਜੀ। ਇੱਕ ਮੈਂ ਦਸ਼ਮੇਸ਼ ਪਿਤਾ ਦਾ ਗਾਣਾ ਗਾਇਆ ਸੀ ਵਿਸਾਖੀ ਤੇ, ਉਹ ਬੜਾ ਮਸ਼ਹੂਰ ਹੋਇਆ ਸੀ। ਪਹਿਲਾਂ ਧਾਰਮਿਕ ਗਾਣੇ ਨੇ ਆਪਾਂ ਸ਼ੁਰੂ ਕਰਦੇ ਹਾਂ, ਫਿਰ ਆਹਿਸਤਾ ਆਹਿਸਤਾ ਦੂਸਰੇ ਦੀ। ਉਹ ਸੀਗਾ, ਪੰਥ ਖਾਲਸਾ ਸਜਾਉਣਾ, ਝੰਡਾ ਸਿੱਖੀ ਦਾ ਚੜਾਉਣਾ, ਪੰਥ ਖਾਲਸਾ ਸਜਾਉਣਾ, ਝੰਡਾ ਸਿੱਖੀ ਦਾ ਚੜਾਉਣਾ, ਆਨੰਦਪੁਰ ਚ ਖੰਡੇ ਨੂੰ ਹੱਥ ਫੜ ਕੇ ਬਾਜਾਂ ਵਾਲਾ ਵਾਜਾਂ ਮਾਰਦਾ, ਸਿੰਘਾਂ ਨੂੰ ਦੀਵਾਨ ਵਿੱਚ ਖੜ ਕੇ ਬਾਜਾਂ ਵਾਲਾ ਵਾਜਾਂ ਮਾਰਦਾ, ਪੈ ਗਈ ਮੈਨੂੰ ਲੋੜ 5 ਸਿਰਾਂ ਦੀ ਪਿਆਰਿਓ, ਦਿਲ ਦਸ਼ਮੇਸ਼ ਜੀ ਦੇ ਤਪਦੇ ਨੂੰ ਠਾਰਿਓ, ਮੁੱਖੋਂ ਬੋਲ ਕੇ ਜੈਕਾਰੇ ਅੱਜ ਗੁਰੂ ਵੇ ਪੁਕਾਰੇ, ਹੱਥ ਖੰਡੇ ਨੂੰ ਯਾਰੋ ਬਾਜਾਂ ਵਾਲਾ ਫੜ ਕੇ ਬਾਜਾਂ ਵਾਲਾ ਵਾਜਾਂ ਮਾਰਦਾ, ਸਿੰਘਾਂ ਨੂੰ ਦੀਵਾਨ ਵਿੱਚ ਖੜ ਕੇ ਬਾਜਾਂ ਵਾਲਾ ਵਾਜਾਂ ਮਾਰਦਾ, ਬਾਜਾਂ ਵਾਲਾ ਵਾਜਾਂ ਮਾਰਦਾ। ਵੈਰੀ ਗੁੱਡ। ਇਸ ਗਾਣੇ ਨਾਲ ਕੈਨੇਡਾ, ਅਮਰੀਕਾ, ਇੰਗਲੈਂਡ, ਪੂਰੀ ਦੁਨੀਆ ਦੇ ਵਿੱਚ ਮੈਨੂੰ ਬੜਾ ਹੀ ਪਿਆਰ ਮਿਲਿਆ, ਬਹੁਤ ਸਤਿਕਾਰ ਮਿਲਿਆ। ਔਰ ਬਿਲੀਵ ਕਰੋ, ਮੈਨੂੰ ਇੱਦਾਂ ਲੱਗ ਰਿਹਾ ਕਿ ਮੈਂ ਅੱਜ ਆਪਣੇ ਕਾਲਜ ਦੇ ਦਿਨਾਂ ਦੇ ਵਿੱਚ ਹੀ ਹਾਂ, ਔਰ ਜਿੱਦਾਂ ਉਦੋਂ ਤੁਹਾਨੂੰ ਸੁਣਦੇ ਸੀ, ਅੱਜ ਵੀ ਆਵਾਜ਼ ਦੇ ਵਿੱਚ ਜੋ ਤੁਹਾਡੇ ਜਿਹੜਾ ਤਾਕਤ ਹੈ, ਆਵਾਜ਼ ਦੇ ਵਿੱਚ ਮਿਠਾਸ ਹੈ, ਉਹ ਅੱਜ ਵੀ ਉਦਾਂ ਹੀ ਕਾਇਮ ਹੈ। ਸੋ ਤੁਸੀਂ ਰਿਆਜ਼ ਕੀਤਾ ਜਾਂ ਨਹੀਂ? ਜਿਹੜੇ ਕੰਮ 'ਚ ਮੈਂ ਉੱਥੇ ਚੱਲ ਇੰਜ ਹੁੰਦਾ ਨਹੀਂ, ਪਰ ਸ਼ੁਕਰ ਹੈ। ਇੱਕ ਗੰਭੀਰ ਸਵਾਲ ਤੁਹਾਡੇ ਕੋਲ ਪੁੱਛਣ ਲੱਗਾ। ਤੁਸੀਂ ਗੱਲ ਕੀਤੀ, ਸ਼ੁਰੂਆਤ 'ਚ ਧਾਰਮਿਕ ਗੀਤਾਂ ਤੋਂ ਸ਼ੁਰੂ ਕੀਤਾ ਸੀ ਤੁਸੀਂ, ਪਰ ਪੰਜਾਬ ਦੇ ਕਾਲੇ ਦਿਨਾਂ ਦੇ ਦੌਰਾਨ ਹਾਲਾਤਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਤੁਸੀਂ ਇੱਕ ਗੀਤ ਗਾਇਆ ਸੀ, ਪੱਤਾ ਪੱਤਾ ਸਿੰਘਾਂ ਦਾ ਵੈਰੀ। ਕੀ ਉਸ ਵੇਲੇ ਤੁਹਾਨੂੰ ਕਿਸੇ ਕਿਸਮ ਦਾ ਉਸ ਵੇਲੇ ਮੌਜੂਦਾ ਸਰਕਾਰਾਂ ਤੋਂ ਜਾਂ ਉਸ ਵੇਲੇ ਦੇ ਮਾਹੌਲ ਤੋਂ ਕੋਈ ਡਰ ਨਹੀਂ ਸੀ ਲੱਗਦਾ ਕਿ ਤੁਸੀਂ ਇੱਕ ਐਸੇ ਸਿੰਗਰ ਸੀ ਜਿਨ੍ਹਾਂ ਨੇ ਖੁੱਲ੍ਹ ਕੇ ਇਸ ਤਰੀਕੇ ਦਾ ਗੀਤ ਜਿਹੜਾ ਉਹ ਸਾਹਮਣੇ ਰੱਖ ਦਿੱਤਾ? ਹਾਂਜੀ, ਉਹ ਦੌਰ ਐਸਾ ਸੀ ਕਿ ਉਦੋਂ ਮੂੰਹ ਖੋਲ੍ਹਣਾ ਮੁਸ਼ਕਿਲ ਸੀ, ਤੇ ਜਿਹੜਾ ਖੋਲ੍ਹਦਾ ਸੀ ਉਹਨੂੰ ਫਿਰ ਤੁਹਾਨੂੰ ਪਤਾ ਹੀ ਆ ਕਿ ਉਹ ਫਿਰ ਲੰਬੀ ਦਾਸਤਾਨ ਹੈ, ਉਹਦੇ ਟੌਪਿਕ ਤੇ ਆਪਾਂ ਫਿਰ ਕਦੀ ਗੱਲ ਕਰਾਂਗੇ। ਸਰਕਾਰਾਂ ਵੱਲੋਂ ਤਾਂ ਮੈਨੂੰ ਬਹੁਤ ਤਕਲੀਫ ਦਿੱਤੀ ਗਈ ਔਰ ਸਾਲਾਂ ਬੱਧੀ ਦਿੱਤੀ ਗਈ, ਲੇਕਿਨ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਸੀ। ਤੇ ਮੈਨੂੰ ਇਹੀ ਲੱਗਾ ਸੀ, ਆਪਾਂ ਗੁਰੂ ਨਾਨਕ ਸਾਹਿਬ ਜਗਤ ਗੁਰੂ ਆ, ਉਹਨਾਂ ਨੇ ਫਰਮਾਇਆ ਸੀ ਕਿ ਏਤੀ ਮਾਰ ਪਈ ਕੁਰਲਾਣੀ ਤੈਂ ਕੀ ਦਰਦ ਨਾ ਆਇਆ। ਮੈਂ ਕੋਈ ਕ੍ਰਿਮੀਨਲ ਬੰਦਾ ਤਾਂ ਹੈ ਨਹੀਂ, ਮੈਂ ਤਾਂ ਸਿੰਕ 'ਚ ਹੱਥ ਵੀ ਧੋਣਾ, ਤੇ ਮੈਂ ਉਹ ਕੀੜੀ ਜਦੋਂ ਜਾਨ ਬਚਾਉਣ ਨੂੰ ਪਈ, ਮੈਂ ਕਿਹਾ ਥੋੜਾ ਠਹਿਰ ਜਾਈਏ, ਜਾਂ ਇਹਨੂੰ ਕੱਢ ਦਈਏ ਬਾਹਰ, ਤੇ ਜਾਂ ਫਿਰ ਠਹਿਰ ਕੇ ਹੱਥ ਧੋ ਲਾਂਗੇ। ਲੇਕਿਨ ਸੱਚ ਤੋਂ ਬੋਲਣਾ ਕਵੀ ਦਾ ਔਰ ਸਿੰਗਰ ਦਾ ਫਰਜ਼ ਹੈ,
ਤੇ ਮੈਂ ਉਦੋਂ ਬੋਲਿਆ, ਉਹ ਬੋਲਣ ਦੀ ਇਵਜ਼ ਵਿੱਚ ਮੈਨੂੰ ਜੋ ਤਸੀਹੇ ਮਿਲੇ ਉਹ ਫਿਰ ਇਨਕੈਸ਼ ਜਿਵੇਂ ਲੋਕੀ ਕਰਦੇ ਰਹਿੰਦੇ ਆ, ਮੈਂ ਆਹ ਕੀਤਾ ਉਹ ਕੀਤਾ, ਆਪਣੇ ਮੂੰਹ ਉਹ ਮੈਂ ਨਹੀਂ ਦੱਸਣਾ ਚਾਹੁੰਦਾ, ਪਤਾ ਲੋਕਾਂ ਨੂੰ। ਬਾਕੀ ਇਹ ਆ ਕਿ ਮੈਨੂੰ ਡਰ ਖੌਫ ਪਹਿਲਾਂ ਨਹੀਂ ਸੀ, ਜਦੋਂ ਗਾਇਆ ਬਾਅਦ ਚ ਮੈਨੂੰ ਲੱਗਾ ਕਿ ਮੈਂ ਸ਼ਾਇਦ ਪਤਾ ਨਹੀਂ ਕੀ ਕਰ ਬੈਠਾ, ਯਾਨੀ ਇਤਨਾ ਸਖਤ ਹੋ ਗਿਆ ਮੇਰੇ ਪ੍ਰਤੀ, ਔਰ ਬਚ ਗਿਆ ਮੈਂ। ਇਹ ਮੇਰੀ ਕਿਸਮਤ ਆ, ਇਹ ਕ੍ਰਿਸ਼ਮਾ ਹੀ ਆ, ਬਚ ਕਿੱਦਾਂ ਗਿਆ। ਵਰਨਾ ਜੀ ਪਲੀਜ਼ ਕੰਟੀਨਿਊ, ਸੌਰੀ ਮਾਫ ਕਰਨਾ। ਵਰਨਾ ਉਹ ਦੌਰ ਐਸਾ ਸੀ ਕਿ ਤੁਹਾਨੂੰ ਪਤਾ ਕਿ ਬੜੇ ਬੜੇ ਖੂਬਸੂਰਤ ਲੋਕ ਉਹਦੀ ਭੇਟ ਚੜ ਗਏ, ਸੋਹਣੀਆਂ ਸ਼ਕਲਾਂ ਵਾਲੇ ਮੇਰੇ ਸਭ ਲੋਕ, ਚਾਹੇ ਉਹ ਇਧਰੋਂ ਹੋਵੇ ਜ਼ੁਲਮ, ਚਾਹੇ ਉਧਰੋਂ ਹੋਵੇ। ਲੇਕਿਨ ਇਨਸਾਨ ਦਾ ਜਿਹੜਾ ਹਜ਼ੂਰ ਪਾਕ ਮੁਹੰਮਦ ਸਾਹਿਬ ਨੇ ਵੀ ਫਰਮਾਇਆ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ। ਮੈਨੂੰ ਤੇ ਲੱਗਦਾ ਕਿ ਕਿਸੇ ਵੀ ਬਿਨਾਂ ਤੇ ਇਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਇਨਸਾਨ ਨੂੰ ਇਨਸਾਨ ਦੀ ਜਾਨ ਲੈਣ ਦਾ ਹੱਕ ਨਹੀਂ ਹੋਣਾ ਚਾਹੀਦਾ। ਅੱਛਾ, ਤੁਸੀਂ ਰਾਜਨੀਤੀ 'ਚ ਗਏ, ਉਹਦੇ ਵੱਲ ਵੀ ਜਾਂਦੇ ਆ, ਪਰ ਉਸ ਤੋਂ ਪਹਿਲਾਂ ਜਦੋਂ ਤੁਸੀਂ ਅਜੇ ਸੰਗੀਤ ਦੇ ਵਿੱਚ ਇੱਕ ਬਹੁਤ ਵੱਡੀ ਸ਼ੋਹਰਤ ਪਾ ਚੁੱਕੇ ਸੀ, ਲੋਕਾਂ ਨੂੰ ਮਿਲ ਰਹੇ ਸੀ, ਮੇਰੇ ਖਿਆਲ ਨਾਲ ਭਾਰਤ ਦੇ ਬਹੁਤ ਸਾਰੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨਾਲ ਤੁਹਾਡੀਆਂ ਨਜ਼ਦੀਕੀਆਂ ਹੋ ਗਈਆਂ ਸੀ, ਚਾਹੇ ਉਹ ਸਰਦਾਰ ਮਨਮੋਹਨ ਸਿੰਘ ਹੈ, ਆਈ.ਕੇ. ਗੁਜਰਾਲ ਦੀ ਗੱਲ ਕਰੀਏ, ਅਟਲ ਬਿਹਾਰੀ ਵਾਜਪੇਈ ਸਾਹਿਬ ਦੀ ਗੱਲ ਕਰੀਏ, ਪੁਰਾਣਿਆਂ ਦੇ ਵਿੱਚੋਂ ਵਾਜਪਾਈ ਸਾਹਿਬ ਸੁਣਦੇ ਹੁੰਦੇ ਸੀ ਮੈਨੂੰ ਪਰਸਨਲੀ, ਗੁਜਰਾਲ ਸਾਹਿਬ ਸੁਣਦੇ ਹੁੰਦੇ ਸੀ। ਕੋਈ ਵਾਜਪਾਈ ਸਾਹਿਬ ਇੱਕ ਵਾਰੀ ਆਏ, ਤਸ਼ਰੀਫ ਲਿਆਏ, ਤਾਂ ਉਹਨਾਂ ਨੇ ਕਿਹਾ ਯਾਰ ਲੱਭੋ ਉਹਨੂੰ, ਫਿਰ ਮੈਨੂੰ ਲੈ ਕੇ ਗਏ ਬਤੌਰ ਪ੍ਰਾਈਮ ਮਿਨਿਸਟਰ ਹੀ, ਉਹ ਤਸ਼ਰੀਫ ਲਿਆਏ ਸਨ ਪੰਜਾਬ। ਮੈਂ ਹਿੰਦੀ ਉਰਦੂ ਚ ਗਾਉਣਾ ਸ਼ੁਰੂ, ਕਹਿਣ ਲੱਗੇ ਯਾਰ ਹੀਰ ਸੁਣਾ ਮੈਨੂੰ, ਹੀਰ। ਮੈਂ ਕਿਹਾ ਉਹਦੇ ਤੇ ਫਿਰ ਉਹ ਤਾਂ ਐਕਸਪਰਟ ਆ ਸੀ, ਫਿਰ ਮੈਂ ਹੀਰ ਸੁਣਾਈ। ਮੈਨੂੰ ਯਾਦ ਆ, ਮੇਰੇ ਸ਼ੁਕਰ ਹੈ ਮੈਂ ਨਵਾਜ਼ ਸ਼ਰੀਫ ਸਾਹਿਬ ਹੋਣ, ਕਲਿੰਟਨ ਸਾਹਿਬ ਹੋਣ ਜੀ, ਔਰ ਸਭ ਨੂੰ ਮੈਂ ਮਿਲਿਆ ਔਰ ਗਾਣੇ ਵੀ ਸੁਣਾਏ, ਕਲਿੰਟਨ ਸਾਹਿਬ ਨੂੰ ਵੀ ਸੁਣਾਏ ਆ ਗਾਣੇ। ਉਦੋਂ ਫੰਡ ਰੇਜ਼ਿੰਗ ਕੀਤਾ ਸੀ ਜਦੋਂ ਭੁੱਜ ਵਿੱਚ ਗੁਜਰਾਤ ਚ ਅਰਥਕੁਏਕ ਆ ਗਿਆ, ਅਮਰੀਕਾ ਚ ਮੈਂ ਗਾ ਕੇ $2.5 ਮਿਲੀਅਨ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਉਦੋਂ CM ਹੁੰਦੇ ਉਹਨਾਂ ਨੂੰ ਦਿੱਤਾ ਸੀ। ਸੋ ਇਸ ਤਰ੍ਹਾਂ ਇਤਫਾਕਨ ਸੀਗਾ। ਆਰਟਿਸਟ ਸਾਰੇ ਜਿਹੜੇ ਹੁਣ ਪਪੂਲਰ ਹੋਣਗੇ ਉਹ ਵੀ ਮਿਲਦੇ ਹੋਣਗੇ, ਪਰ ਮੈਨੂੰ ਵੀ ਸ਼ਰਫ ਹਾਸਲ ਹੋਇਆ ਬਹੁਤ ਸਾਰੀਆਂ ਅਜ਼ੀਮ ਸ਼ਖਸੀਅਤਾਂ ਨਾਲ ਮਿਲਣ ਦਾ। ਪਰ ਇੰਨੇ ਵੱਡੇ ਸਟੇਚਰ ਤੇ ਪਹੁੰਚਣ ਤੋਂ ਬਾਅਦ, ਇੰਨੇ ਲੀਡਰਸ ਨੂੰ ਮਿਲਣ ਤੋਂ ਬਾਅਦ, ਇੰਨੀ ਗਾਇਕੀ ਦੇ ਵਿੱਚ ਸ਼ੋਹਰਤ ਪ੍ਰਾਪਤ ਕਰਨ ਤੋਂ ਬਾਅਦ ਡੇਰੇ ਤੇ ਜਾ ਕੇ ਬਹਿ ਗਏ, ਸਭ ਕੁਝ ਛੱਡਤਾ। ਸੂਫੀਆਨਾ, ਮਤਲਬ ਇੱਕ ਸੂਫੀਆਨਾ ਗਾਣਾ ਅਲੱਗ ਚੀਜ਼ ਹੈ, ਪਰ ਸੂਫੀ ਬਣ ਜਾਣਾ ਅਲੱਗ ਚੀਜ਼ ਹੈ। ਉਹ ਕਿਸ ਤਰ੍ਹਾਂ ਵਿਚਾਰ ਆਇਆ ਕਿ ਡੇਰੇ ਤੇ ਜਾ ਕੇ ਬਹਿ ਗਏ? ਹਾਂਜੀ, ਡੇਰਾ ਸ਼ਬਦ ਯੂਜ਼ ਕੀਤਾ ਜਾਂਦਾ ਹੈ। ਡੇਰਾ ਉਹ ਹੁੰਦਾ ਜਿਹੜਾ ਪੱਕਾ ਹੋ ਜਾਵੇ, ਜਿੱਥੇ ਤਾਲੇ ਲੱਗ ਜਾਣ, ਜਾਂ ਮੈਂ ਤੁਹਾਨੂੰ ਹੌਲੀ ਸ਼ੌਪ ਹੀ ਕਹੂੰਗਾ ਤੇ, ਲੇਕਿਨ ਇੱਕ ਹੁੰਦਾ ਤਕੀਆ ਫਕੀਰਾਂ ਦਾ, ਜਿੱਥੇ ਕੋਈ ਤਾਲਾ ਨਹੀਂ, ਸ਼ਾਮ ਨੂੰ ਕੁਛ ਨਹੀਂ, ਆਪੇ ਪਕਾਉਣ ਆਪੇ ਖਾਣ, ਏਦਾਂ ਦਾ ਉਹ ਸੀਗਾ ਜਗ੍ਹਾ। ਐਕਚੁਅਲੀ ਜਦੋਂ ਬਾਬਾ ਜੀ ਲਾਲ ਬਾਦਸ਼ਾਹ ਜੀ ਵੀ ਜਹਾਨੋਂ ਕੂਚ ਕਰ ਗਏ, ਜਿਨ੍ਹਾਂ ਨੂੰ ਲਾਡੀ ਸਾਈਂ ਦੇ ਨਾਂ ਤੇ ਮਸ਼ਹੂਰ ਹੋਏ, ਉਹ ਵੀ ਕਰ ਗਏ, ਫਿਰ ਲਿਖ ਗਏ ਸੀ ਕਿ ਸਾਡੀਆਂ ਦੁਆਵਾਂ ਨਾਲ ਅਸੀਂ ਉਹਨੂੰ ਪਾਲਿਆ ਆ, ਤੇ ਉਹਨੂੰ ਕਿਉਂ ਜੇ ਢਿੱਡ ਭਰ ਗਿਆ ਤੇ ਤਮਾਸ਼ਾ ਬੰਦ ਕਰ ਦਵੇ। ਮੈਂ ਉਦੋਂ ਬਹੁਤ ਲਗਜ਼ਰੀਅਸ ਲਾਈਫ, ਚੱਕਾ ਚੌਂਦ ਰੌਸ਼ਨੀਆਂ ਦੀ ਬੜੀ ਜ਼ਿੰਦਗੀ ਜਿਉਂ ਰਿਹਾ ਸਾਂ, ਪੂਰੀ ਦੁਨੀਆ 'ਚ ਘੁੰਮਦਾ ਸੀ। ਲੈਵਲ ਇਹ ਹੋ ਗਿਆ ਸੀ ਕਿ ਹਰ ਫਿਲਮ 'ਚ ਮੈਨੂੰ ਗਵਾਇਆ ਜਾ ਰਿਹਾ ਸੀ। ਫਿਲਮ 'ਚ ਤਾਂ ਪਲੇਬੈਕ ਹੀ ਹੁੰਦਾ ਨਾ, ਆਵਾਜ਼ ਸਿਰਫ। ਮੈਨੂੰ ਸ਼ੁਕਰ ਹੈ ਕਿ ਸਕਰੀਨ ਤੇ ਵੀ ਦਿਖਾਉਂਦੇ ਸੀ, ਤੇ ਅਜੇ ਚੜ੍ਹ ਹੀ ਰਿਹਾ ਸੀ ਕੰਮ। ਹੁਕਮ ਹੋ ਗਿਆ, ਹੁਕਮ ਮੈਂ ਨਹੀਂ ਮੰਨਿਆ, ਤੇ ਕੁਛ ਫਿਰ ਇਹ ਸੁਪਰ ਸਾਇੰਸ ਹੀ ਆ, ਮੈਂ ਕੋਈ ਅੰਧ ਵਿਸ਼ਵਾਸੀ ਨਹੀਂ। ਫਿਰ ਮੈਨੂੰ ਤਕਲੀਫ ਜੀ ਸ਼ੁਰੂ ਹੋ ਗਈ, ਫਿਰ ਮੈਂ ਸਰੈਂਡਰ ਕਰ ਦਿੱਤਾ। ਫਿਰ ਮੈਂ ਉੱਥੇ ਜਾ ਕੇ ਕਿਹਾ ਕਿ ਇਹ ਉਹ ਸੂਫੀਜ਼ਮ ਨਹੀਂ ਹੈ ਜਿਹੜਾ ਜੈ ਮਸਤਾਂ ਦੀ ਕਹਿ ਕੇ ਤੇ ਚੁਲਟਾਂ ਪੀਣੀਆਂ, ਨਸ਼ੇ ਪੀਣੇ, ਭੰਗਾਂ ਪੀਣੀਆਂ। ਮੈਂ ਕਿਹਾ ਸੂਫੀ ਉਹ ਕਾਹਦਾ ਹੈ, ਉਹ ਮਸਤ ਕਾਹਦਾ ਜਿਹਨੂੰ ਕੋਈ ਆਰਟੀਫਿਸ਼ਲ ਲੈ ਕੇ ਨਸ਼ਾ ਆਵੇ। ਫਿਰ ਮੈਂ ਉੱਥੇ ਨਿਜ਼ਾਮੀ ਕੁਦਰਤ ਵੱਲੋਂ ਮੈਨੂੰ ਹੁਕਮ ਹੋਇਆ, ਮੇਰੇ ਮੁਰਸ਼ਿਦਾਂ ਨੇ ਕਿਹਾ ਕਿ ਉਹ ਸੂਫੀਜ਼ਮ ਦੀ ਤਾਲੀਮ ਕਰੋ ਸ਼ੁਰੂ, ਜਿਹੜੀ ਹਜ਼ਰਤ ਮੀਆਂ ਮੀਰ ਨੇ ਕੀਤੀ, ਸਾਈਂ ਬੁੱਲੇ ਸ਼ਾਹ ਨੇ ਕੀਤੀ। ਫਿਰ ਉੱਥੇ ਸੈਮੀਨਾਰ ਕਰਾਏ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ। ਦੇਖੋ, ਕਿਸੇ ਨੂੰ ਨਹੀਂ ਮਾਰਿਆ ਝਿੜਕਿਆ, ਨਾ ਗਾਲੀ ਗਲੋਚ, ਨਾ ਪੁਲਿਸ ਸ਼ਾਮਲ ਹੋਈ, ਨਾ ਕੋਈ ਸਖਤ ਬੰਦੇ ਹੋਏ। ਅੱਜ ਉਸ ਦਰਬਾਰ ਤੇ ਲਾਗੇ ਛਾਗੇ ਵੀ ਕੋਈ
ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਇਸਤੇਮਾਲ ਕਰ ਰਿਹਾ। ਇਹ ਸ਼ੁਕਰ ਹੈ ਦਾਤੇ ਦਾ। ਬੜੀ ਵੱਡੀ ਸਿਰਫ ਇੱਕੋ ਹੀ ਦਰਬਾਰ ਪੰਜਾਬ ਵਿੱਚ ਮੈਂ ਕਹਿ ਸਕਦਾ, ਬਾਕੀ ਕਿਤੇ ਜੋ ਵੀ ਹੋ ਰਿਹਾ ਉਹਦੇ ਲਈ ਮੈਂ ਕੋਸ਼ਿਸ਼ ਹੀ ਕਰਦਾ ਜਿਹੜਾ ਸੰਤ ਮਹਾਂਪੁਰਸ਼ ਵੀ ਆ ਜਾਣ ਉਹਨਾਂ ਦੇ ਚਰਨ ਸਪਰਸ਼ ਕਰਕੇ ਕਿ ਤੁਸੀਂ ਵੀ ਛੱਡੋ ਤੇ ਛਡਾਓ। ਤੇ ਬਸ ਇਸ ਤਰ੍ਹਾਂ ਉਹ ਵੀ ਇੱਕ ਮੇਰੀ ਡੈਸਟਨੀ ਸੀ, ਪਰਾਲਵਤ ਸੀ, ਮੈਨੂੰ ਉਸ ਕਰਨਾ ਪੈਣਾ ਸੀ। ਉਹ ਫਿਰ ਮੈਂ ਬੜਾ ਸ਼ਾਨਦਾਰ ਦਰਬਾਰ ਬਣਾਇਆ ਤੇ ਉੱਥੇ ਸੰਗੀਤ ਦਾ ਪ੍ਰਚਾਰ ਹੁੰਦਾ ਔਰ ਸਹੀ ਸੂਫੀਜ਼ਮ ਦਾ ਹੁੰਦਾ। ਸੋ ਕਾਲਡ ਗੁਰੂਡਮ ਨਹੀਂ ਹੈ, ਮੱਥੇ ਸ਼ੱਥੇ ਨਹੀਂ ਉੱਥੇ ਟਿਕਾਏ ਜਾਂਦੇ, ਪੁੱਛਾਂ ਨਹੀਂ ਦਿੱਤੀਆਂ ਜਾਂਦੇ, ਮੁੰਡੇ ਨਹੀਂ ਦਿੱਤੇ ਜਾਂਦੇ, ਕਾਰਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਜੌਬਸ ਵੀ ਨਹੀਂ ਦਿੱਤੀਆਂ, ਕੋਈ ਮੇਰੇ ਕੱਲ ਲਈ ਉੱਥੇ ਜਗ੍ਹਾ ਨਹੀਂ। ਅੱਛਾ, ਤੁਸੀਂ ਰਾਜਨੀਤੀ ਦੀ ਆਪਾਂ ਗੱਲ ਕਰ ਰਹੇ ਸੀ, ਰਾਜਨੀਤੀ 'ਚ ਆਉਣ ਦਾ ਵਿਚਾਰ ਕਿਵੇਂ ਬਣਿਆ? ਕੀ ਕੋਈ ਬਚਪਨ ਤੋਂ ਸੁਪਨਾ ਸੀ ਜਾਂ ਜਿਹੜੇ ਲੀਡਰਸ ਨੂੰ ਮਿਲੇ ਉਹਨਾਂ ਤੋਂ ਪ੍ਰਭਾਵਿਤ ਹੋਏ, ਇਹ ਲੱਗਾ ਕਿ ਹੁਣ ਲੀਡਰੀ ਵਾਲੇ ਪਾਸੇ ਚਲੀਏ, ਜਾਂ ਕਿ ਵਾਕਈ ਕਮਿਊਨਿਟੀ ਦੀ ਸੇਵਾ ਦਾ ਵਿਚਾਰ ਸੀ? ਨਾ ਕੋਈ ਬਚਪਨ ਤੋਂ ਸੁਪਨਾ ਸੀ, ਨਾ ਕੋਈ ਚਾਹਤ ਸੀ, ਨਾ ਕੋਈ ਚਾਅ ਸੀ ਰਾਜਨੀਤੀ 'ਚ ਆਉਣ ਦਾ। ਬਸ ਉਦੋਂ ਜਦੋਂ ਪਪੂਲਰ ਹੁੰਦਾ ਬੰਦਾ ਉਦੋਂ ਪੋਲੀਟੀਸ਼ੀਅਨ ਕੰਪੇਨ ਵਗੈਰਾ ਲਈ ਬੁਲਾ ਲੈਂਦੇ ਆ ਤੇ ਉਹ ਫਿਰ ਮੈਂ ਵੀ ਕੰਪੇਨ ਲਈ ਜਾਂਦਾ ਸੀ। ਜਦੋਂ ਗੱਲਬਾਤ ਵੀ ਕਰਨੀ ਤੇ ਉਹ ਲੀਡਰ ਸੋਚ ਲੈਂਦੇ ਆ ਕਿ ਫਲਾਂ ਜਗ੍ਹਾ ਤੋਂ ਇਹਨੂੰ ਖੜਾ ਕਰੀਏ ਤੇ ਸੀਟ ਕੱਢ ਲਵਾਂਗੇ। ਤੇ ਮੈਂ ਵੀ ਸਮਝ ਲਓ ਲਾਈ ਲੱਗ ਕਹਿ ਲਓ, ਗੱਲਾਂ 'ਚ ਆ ਗਿਆ ਤੇ ਚੰਗਾ ਭਲਾ ਕੰਮ ਆਪਣੀਆਂ ਜੜ੍ਹਾਂ 'ਚ ਆਪ ਹੀ ਬਹਿ ਗਿਆ। ਤੇ ਜਾਂ ਫਿਰ ਇਹ ਕਹਿ ਲਓ ਡੈਸਟਨੀ ਆ, ਮੈਨੂੰ ਨਹੀਂ ਪਤਾ ਮੈਂ ਰਾਜਨੀਤੀ 'ਚ ਕਿਵੇਂ ਆ ਗਿਆ। ਮੇਰੀ ਅਰਦਾਸ 'ਚ ਇਹ ਸ਼ਾਮਲ ਜ਼ਰੂਰ ਹੁੰਦਾ ਸੀ, ਐ ਸੱਚੇ ਪਾਤਸ਼ਾਹ ਕਿਸੇ ਲੀਡਰ ਦੇ ਮੱਥੇ ਨਾ ਲਾਈ। ਤੇ ਮੈਨੂੰ ਪਤਾ ਨਹੀਂ ਸੀ ਰੋਜ਼ ਹੀ ਮੈਨੂੰ ਸ਼ੀਸ਼ਾ ਦੇਖਣਾ ਪੈਣਾ ਬੂਥਾ ਮੈਨੂੰ ਕਿਉਂਕਿ ਜਿਹੜਾ ਸਿਆਸਤਦਾਨ ਹੈ ਨਾ, ਖਾਸ ਤੌਰ ਤੇ ਇੰਡੀਆ ਪਾਕਿਸਤਾਨ 'ਚ, ਇਹਨਾਂ ਦੇ ਸਾਡੇ ਪੁਰਾਣੇ ਸਿਆਸਤਦਾਨਾਂ ਨੇ, ਮੈਨੂੰ ਪਤਾ ਨਹੀਂ ਚੰਗੇ ਵੀ ਲੋਕ ਹੋਣਗੇ, ਇਹਨਾਂ ਨੇ ਕ੍ਰੈਡੀਬਿਲਿਟੀ ਨਹੀਂ ਆਪਣੀ ਬਣਾਈ ਸ਼ਾਇਦ, ਉਹ ਫਿਰ ਸਾਨੂੰ ਵੀ ਭੁਗਤਣੀ ਪੈਂਦੀ ਹੈ। ਕਿਹੜਾ ਵੀ ਬੰਦਾ ਸਿਆਸਤ 'ਚ ਆਵੇ ਉਹ ਕਹਿੰਦੇ ਯਾਰ ਕਿੱਧਰ ਪੁੱਠੇ ਬੰਨੇ ਤੁਰ ਪਿਆ। ਲੇਕਿਨ ਸਿਆਸਤ 'ਚ ਰਹਿ ਕੇ ਵੀ ਮੇਰੀ ਇਹ ਹਾਲਤ ਆ कि बाजार से गुजरा हूँ खरीदार नहीं हूं मैं, दुनिया में रहता हूँ तलबगार नहीं हूं मैं। कदी तुसी ये नहीं सुनोगे हंसराज हंस ने कोई करप्शन की, हंसराज हंस इको ही MP है पूरे इंडिया च, तो पिंड दा सरपंच बन जाए तो PA रख लेंदा। मैनू तो कुदरत लो 4-5 PA मैनू दिते हुए गवर्नमेंट ने, लेकिन हंसराज हंस बिना ना पढ़िया, बिना अनसेव्ड नंबर, हर बंदे दा पूरे जहान चों फोन आ जाए, जदों दे फोन चले मोबाइल इको ही नंबर है मेरा, आप ही चुकदा मैं। ते हालांकि मैनू कहंदे आ लोग कि सानू यकीन नहीं आ रहा MP अपना फोन आप ही चुकदा। मैं सोचदा कि नहीं, मैं किसी भी लाइन च रवां, मैं जदों गाउंदा सी जिन्ना मर्जी ना हो गया उदों भी लोकां दे राबते च रहा, हुण सियासत विच आया वां ते जिवें तुसीं कौशल साहब दे साहिबजादे हो, ਮੈਨੂੰ ਇਸ ਗੱਲ ਦੀ ਕਦਰ ਆ। ਮੇਰੇ PA ਨੂੰ ਅਗਰ ਤੁਸੀਂ ਫੋਨ ਕਰੋਗੇ, ਮੈਂ ਵਿਹਲਾ ਵੀ ਬੈਠਾ ਹੋਵਾਂ, ਉਹਨੇ PA ਦੇ ਪੁੱਤ ਨੇ ਇਹੋ ਹੀ ਕਹਿਣਾ ਕਿ ਜਾਂ ਮੀਟਿੰਗ 'ਚ ਜਾਂ ਬਾਥਰੂਮ 'ਚ। ਤੇ ਮੈਂ ਨਹੀਂ ਇਹ ਚਾਹੁੰਦਾ ਕਿ ਜੋ ਅਸੀਂ ਗੱਲਾਂ ਸੁਣਦੇ ਰਹੇ ਉਸ ਲੋਕਾਂ ਨੂੰ ਸੁਣਨ ਨੂੰ ਮਿਲਣ। ਰਾਜਨੀਤੀ ਵਿੱਚ ਵੀ ਮੇਰੀ ਕੋਸ਼ਿਸ਼ ਹੈ, ਮੈਂ ਉਲਾਮਾ ਨਹੀਂ ਦਵਾਉਂਗਾ। ਅੱਛਾ, ਤੁਸੀਂ ਸੱਚੀਆਂ ਗੱਲਾਂ ਕਰ ਰਹੇ ਹੋ ਔਰ ਇਸ ਕਰਕੇ ਸਵਾਲ ਤੁਹਾਡੇ ਤੋਂ ਇੱਕ ਹੋਰ ਜ਼ਰੂਰ ਪੁੱਛਣਾ ਬਣਦਾ ਕਿ ਬੇਸ਼ੱਕ ਆਪਣੇ ਆਪ ਹੀ ਇਹ ਮੌਕੇ ਬਣ ਗਏ, ਤੁਸੀਂ ਰਾਜਨੀਤੀ ਦੇ ਵਿੱਚ ਆ ਗਏ, ਪਰ ਪੰਜਾਬੀ ਹੋਣ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਾਸਤੇ ਤੁਸੀਂ ਬਹੁਤ ਕੁਝ ਕੀਤਾ। ਉਹਦੇ ਬਾਵਜੂਦ ਪੰਜਾਬ ਦੇ ਲੋਕਾਂ ਦੇ ਮਨ 'ਚ ਅਜਿਹੀ ਕਿਹੜੀ ਗੱਲ ਆਈ ਕਿ ਤੁਹਾਨੂੰ ਪੰਜਾਬ ਤੋਂ ਨਹੀਂ ਜਿਤਾਇਆ, ਪਰ ਦਿੱਲੀ ਦੇ ਲੋਕਾਂ ਨੇ ਜਾ ਕੇ ਦਿੱਲੀ ਤੋਂ ਤੁਹਾਨੂੰ ਪਾਰਲੀਮੈਂਟ ਦਾ ਬੂਹਾ ਦਿਖਾਤਾ? ਪੰਜਾਬ 'ਚ ਜਦੋਂ ਕਾਸਟਿਜ਼ਮ ਖਤਮ ਹੋ ਜਾਏਗੀ, ਪੰਜਾਬ 'ਚ ਜਦੋਂ ਨਸ਼ੇ ਦੇ ਕੇ, ਪੈਸੇ ਦੇ ਕੇ ਤੇ ਆਪਣੇ ਜਿੱਦਾਂ ਬਾਹੂਬਲੀ ਨਹੀਂ ਹੁੰਦੇ यूपी 'ਚ ਹੋਰ ਤਰ੍ਹਾਂ ਦੇ, ਬਿਹਾਰ 'ਚ ਹੋਰ ਤਰ੍ਹਾਂ ਦੇ, ਪੰਜਾਬ 'ਚ ਹੋਰ ਤਰ੍ਹਾਂ ਦੇ, ਜਿੰਨੀ ਦੇਰ ਉਹ ਖਤਮ ਨਹੀਂ ਹੋਏਗਾ, ਸਿਆਣੇ ਕਹਿੰਦੇ ਇਹ ਮਤ ਸੋਚੋ ਕਿ ਬਾਤ ਕੌਣ ਕਰ ਰਹਾ ਹੈ, ਇਹ ਸੋਚੋ ਕਿ ਬਾਤ ਕਿਆ ਕਰ ਰਹਾ ਹੈ। ਮੈਨੂੰ ਸੀਗਾ ਮੈਂ ਖੜਾ ਹੋ ਜਾਣਾ ਤੇ ਮੈਨੂੰ ਤਾਂ ਉਹਨਾਂ ਨੇ ਕਹਿਣਾ ਬਿਨਾਂ ਮੁਕਾਬਲੇ ਤੂੰ ਜਿੱਤ ਜਾਏਗਾ, ਕਿਉਂਕਿ ਮੈਂ ਪੰਜਾਬ 'ਚ ਕਮਰਸ਼ਲੀ ਕੰਮ ਹੀ ਨਹੀਂ ਸੀ ਕੀਤਾ। ਕਿਤੇ ਖੰਡ ਪਾਠ ਹੋਵੇ, ਧਾਰਮਿਕ ਪ੍ਰੋਗਰਾਮ ਹੋਵੇ, ਕਿਤੇ ਦੂਸਰਾ ਹੋਵੇ, ਪੈਸੇ ਮੰਗਣ, ਮੈਂ ਕਿਹਾ ਛੱਡੋ ਜੀ ਪੈਸੇ, ਉੱਥੇ ਮੱਥਾ ਟੇਕ ਆਉਣਾ। ਮੈਨੂੰ ਇਹ ਸੀਗਾ ਵਿਆਹਾਂ 'ਚ ਚਲ ਜਾਣਾ, ਜਲੰਧਰ ਖਾਸ ਤੌਰ ਤੇ ਸ਼ਗਨ ਵੀ ਦੇ ਆਉਣਾ, ਗਾ ਵੀ ਦੇਣਾ, ਜਲੰਧਰੋਂ ਹੀ ਮੈਂ ਖੜਾ ਹੋਇਆ ਤੇ ਫਿਰ। ਲੇਕਿਨ ਮੈਂ ਹੁਣ ਕੀ ਕਹਿ ਸਕਦਾ, ਮੈਨੂੰ ਮੇਰੇ ਜਿਨ੍ਹਾਂ ਨੂੰ ਮੈਂ ਕਹਿੰਦਾ ਮੇਰੇ ਆਪਣੇ ਆ, ਉਹਨਾਂ ਨੂੰ ਮੈਂ ਆਈ ਡੋਂਟ ਨੋ, ਵਕਤ ਦੀ ਗੱਲ ਕਹਿ ਲਓ,
ਉੱਥੋਂ ਮੈਨੂੰ ਹਾਰ ਜਾਣਾ, ਔਰ ਉਸ ਟਾਈਮ ਜਦੋਂ ਮੇਰਾ ਨਾਮ ਵੀ ਪੀਕ ਤੇ ਸੀ। ਤੇ ਹੁਣ ਤੇ ਇਹ ਹਾਲਤ ਮੇਰੀ ਹੋ ਗਈ ਸੀ, ਜੋਬਨ ਸੀ ਜਦ ਜਤਨ ਸੀ, ਲਾਗੂ ਸੀ ਹਰ ਕੋ, ਜੋਬਨ ਜਤਨ ਗਵਾ ਕੇ ਮੈਂ ਗਈ ਨਿਵਾਣੀ ਹੋ। ਜਦੋਂ ਮੈਂ ਨਾ ਮਰ ਗਿਆ, ਮੈਨੂੰ ਸਿਆਸਤਦਾਨਾਂ ਨੇ ਮਾਰ ਦਿੱਤਾ, ਫਿਰ ਕਬਰ ਚ ਦੱਬ ਦਿੱਤਾ, ਫਿਰ ਕਬਰ ਤੇ ਘਾਹ ਆ ਗਿਆ। ਫਿਰ ਮੇਰੇ ਸਤਿਗੁਰਾਂ ਨੇ ਕਿਹਾ, ਹੁਣ ਦੇਖ ਲਿਆ ਨਾ ਦੁਨੀਆ ਨੂੰ, ਹੁਣ ਹੁਣ ਮੈਂ ਤੇਰੀ ਮਦਦ ਕਰੂੰਗਾ, ਜਾ ਇੱਕ ਵਾਰੀ ਮਰਨ ਤੋਂ ਪਹਿਲਾਂ ਇਹ ਲੋਕਾਂ ਨੂੰ ਦੱਸੀ ਕਿ ਮੇਰਾ ਵੀ ਰੱਬ ਹੈਗਾ। ਫਿਰ ਇਦਾਂ ਜਿੱਦਾਂ ਕਬਰ ਚੋਂ ਕੱਢ ਕੇ ਫਿਰ ਉਹਨਾਂ ਨੇ ਕਿਹਾ, ਉੱਠ ਬੱਚਾ, ਝਾੜ ਮਿੱਟੀ ਮੁੱਟੀ। ਤੇ ਕੁਦਰਤ ਵੱਲੋਂ ਨਰਿੰਦਰ ਮੋਦੀ ਸਾਹਿਬ ਦੇ ਦਿਲ 'ਚ ਇਹ ਗੱਲ ਆ ਗਈ, ਰੱਬ ਸਿੱਧਾ ਨਹੀਂ ਆਉਂਦਾ, ਬੰਦਿਆਂ 'ਚ ਆਉਂਦਾ। ਉਹਨਾਂ ਨੇ ਬੁਲਾ ਲਿਆ, ਟਿਕਟ ਦੇਤੀ, ਤੇ ਉਹਨਾਂ ਨੇ 1 ਰੁਪਈਆ ਵੀ ਮੇਰਾ ਖਰਚਾਇਆ ਨਹੀਂ। ਤੇ ਅੱਜ ਤੁਹਾਡੇ ਸਾਹਮਣੇ MP ਆ, 3 ਸਾਲ ਹੋ ਗਏ, 2 ਸਾਲ ਰਹਿ ਗਏ। ਅੱਛਾ, ਬਿਲਕੁਲ ਤੁਸੀਂ ਦਿੱਲੀ ਨੂੰ ਇਸ ਵੇਲੇ ਰਿਪਰੈਜ਼ੈਂਟ ਕਰ ਰਹੇ ਹੋ, ਦਿੱਲੀ ਦੀ ਉਸ ਕੌਂਸਟੀਚੁਐਂਸੀ ਦੇ ਤੁਸੀਂ ਲੋਕਾਂ ਦੀ ਗੱਲ ਕਰਦੇ ਹੋਵੋਗੇ, ਪਰ ਕੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਗੱਲ ਵੀ ਕਈ ਵਾਰ ਕਰਦੇ ਹੋ? ਪੰਜਾਬ ਦਾ ਦਰਦ ਜਿਹੜਾ, ਜੇ ਅਸੀਂ ਗੱਲ ਕਰੀਏ, ਚਾਹੇ ਉਹ ਕਿਸੇ ਵੀ ਵਿਸ਼ੇ ਦੇ ਉੱਤੇ ਹੋਏ, ਉਹਦੇ ਬਾਰੇ ਵੀ ਤੁਸੀਂ ਚਿੰਤਿਤ ਅੱਜ ਵੀ ਰਹਿੰਦੇ ਹੋ? ਮੇਰੇ ਤੇ ਬਹੁਤ ਵੱਡਾ ਅਹਿਸਾਨ ਹੋਏਗਾ ਕੌਸ਼ਲ ਸਾਹਿਬ, ਜੇ ਜਦੋਂ ਮੈਂ ਪਹਿਲੀ ਵਾਰੀ ਪਾਰਲੀਮੈਂਟ 'ਚ ਬੋਲਿਆ, ਜੇ ਕਿਤੇ ਉਹ ਕਲਿੱਪ ਕਿਸੇ ਟਾਈਮ ਜਦੋਂ ਤੁਹਾਡਾ ਟਾਈਮ ਲੱਗਾ ਕੱਢ ਕੇ ਲੋਕਾਂ ਨੂੰ ਦਿਖਾ ਦਿਓ। ਉਹਦੇ ਵਿੱਚ ਸ਼ੁਰੂਆਤ ਪਤਾ ਮੈਂ ਕੀ ਕੀਤੀ ਹੈ? ਮੈਂ ਕਿਹਾ ਕਿ ਬੇਸ਼ੱਕ ਮੈਂ ਦਿੱਲੀ ਤੋਂ ਜਿੱਤਿਆ, ਬੇਸ਼ੱਕ ਮੈਂ ਦਿੱਲੀ ਦਾ MP ਹਾਂ, ਪਰ ਮੇਰੀ ਜਿਹੜੀ ਵਾਬਸਤਗੀ ਆ, ਮੇਰਾ ਸਬੰਧ ਆ, ਉਹ ਉਸ ਧਰਤੀ ਨਾਲ ਆ ਜਿੱਥੇ ਜਗਤ ਗੁਰੂ ਪੈਦਾ ਹੋਏ, ਗੁਰੂ ਨਾਨਕ ਸਾਹਿਬ, ਤੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਹੋਕਾ ਦੇ ਕੇ ਕਿਹਾ ਸੀ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਮੇਰਾ ਸੋਹਣਾ ਵਤਨ ਪੰਜਾਬ ਅੱਜ ਨਸ਼ਿਆਂ ਦੀ ਔਰ ਇਹਦੀ ਨਾ ਅਸੀਂ ਪਾਣੀ ਬਚਾ ਸਕੇ। ਲੋਕੀ ਤਾਂ ਹੁਣ ਕਹਿੰਦੇ ਆ ਨਾ, ਪਾਣੀਆਂ ਦੀ ਗੱਲ ਦੂਸਰੀ ਤੀਸਰੀ। ਮੈਂ ਦੇਖੋ ਜਦੋਂ MP ਬਣਿਆ, ਸਭ ਤੋਂ ਪਹਿਲੀ ਗੱਲ ਇਹ ਕੀਤੀ, ਨਾ ਅਸੀਂ ਪਾਣੀ ਬਚਾ ਸਕੇ, ਨਾ ਅਸੀਂ ਜਵਾਨੀ ਬਚਾ ਸਕੇ। ਤੇ ਉਹ ਤੁਸੀਂ ਤਕਰੀਰ ਜੇ ਲੋਕਾਂ ਨੂੰ ਦਿਖਾ ਦਿਓ, ਤੇ ਪਤਾ ਨਹੀਂ ਕਿਉਂ ਲੋਕ ਅਣਗੌਲਿਆਂ ਕਰ ਦਿੰਦੇ ਆ। ਮੈਂ ਜਦੋਂ ਵੀ ਪਾਰਲੀਮੈਂਟ 'ਚ ਬੋਲਿਆ, ਪੰਜਾਬ ਦੇ ਬਾਰੇ ਕੋਈ ਨਾ ਕੋਈ ਜ਼ਰੂਰ ਗੱਲ ਕੀਤੀ ਹੈ। ਹੰਸਰਾਜ ਜੀ, ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਸਮਾਂ ਸਾਡੇ ਕੋਲ ਘੱਟ ਹੈ, ਪਰ ਚਾਹਾਂਗੇ ਕਿ ਸਾਨੂੰ ਜ਼ਰੂਰ ਜਾਣਕਾਰੀ ਦਿਓ, ਪੰਜਾਬ ਦਾ ਭਵਿੱਖ ਹੁਣ ਕਿਵੇਂ ਵੇਖਦੇ ਹੋ ਇਸ ਵਕਤ, ਜਦੋਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਹੋ, ਤੁਸੀਂ ਪ੍ਰਧਾਨ ਮੰਤਰੀ ਦੇ ਵੀ ਨਜ਼ਦੀਕੀ ਹੋ, ਔਰ ਪੰਜਾਬ ਦੇ ਵਿੱਚ ਵੀ ਤੁਸੀਂ ਵਿਚਰਦੇ ਹੋ, ਪੰਜਾਬ ਦੇ ਲੀਡਰਸ ਨਾਲ ਵੀ ਤੁਹਾਡੀ ਸਾਂਝ ਹੈ, ਬਹੁਤ ਸਾਰੇ ਲੀਡਰਸ ਦੇ ਨਾਲ। ਪੰਜਾਬ ਦਾ ਭਵਿੱਖ ਇਸ ਵਕਤ ਕੀ ਦੇਖਦੇ ਹੋ? ਪੰਜਾਬ ਹੁਣ ਬਹੁਤ ਸਖਤ ਦੌਰ ਚੋਂ ਗੁਜ਼ਰ ਰਿਹਾ ਇਸ ਟਾਈਮ, ਕਿਉਂਕਿ ਜਿੰਨੇ ਵੀ ਪੰਜਾਬੀ ਆ, ਉਹਨਾਂ ਨੇ ਐਤਕੀ ਏਕਾ ਕਰ ਲਿਆ ਸੀ ਕਿ ਆਪਾਂ ਬਦਲਾਅ ਲਿਆਈਏ, ਆਪਾਂ ਸਾਰਿਆਂ ਨੂੰ ਦੇਖ ਲਿਆ ਤੇ ਆਪਾਂ ਕੁਝ ਨਵਾਂ ਦੇਖੀਏ, ਪਰ ਐਸਾ ਹੋ ਨਾ ਪਾਇਆ। ਹੁਣ ਜੋ ਖਬਰਾਂ ਮੈਂ ਸੁਣਦਾ, ਕਿ ਤੁਹਾਨੂੰ ਪਤਾ ਮੈਂ ਬਲੇਮਿੰਗ ਵਾਲੀ ਦੂਸਰੀ ਉਹ ਸਿਆਸਤ ਨਹੀਂ ਕਰਦਾ, ਪਰ ਮੈਂ ਇਹ ਵੀ ਪ੍ਰੇ ਵੀ ਕਰਦਾ ਕਿ ਜਿਹੜੀ ਨਵੀਂ ਹਕੂਮਤ ਬਣੀ ਆ, ਉਹ ਲਾਅ ਐਂਡ ਆਰਡਰ ਹੋਵੇ, ਅਨਐਮਪਲਾਇਮੈਂਟ ਹੋਵੇ, ਜਾਂ ਬੱਚੇ ਜਿਹੜੇ ਜਦੋਂ ਵੀ ਹੋਸ਼ ਸੰਭਾਲ ਦੀ ਕੋਸ਼ਿਸ਼ ਕਰਦੇ, ਆਈਲੈਟਸ ਲੈ ਕੇ ਅਸੀਂ ਬਾਹਰ ਜਾਈਏ, ਕੁਝ ਐਸਾ ਕਰਨ ਉਹ ਜਿਹਦੇ ਨਾਲ ਪੰਜਾਬ ਫਿਰ ਬਹਾਲ ਹੋ ਜਾਏ। ਇਸ ਟਾਈਮ ਜਿੱਦਾਂ ਕਹਿੰਦੇ ਨੇ, ਭੰਬਲ ਭੂਸਿਆਂ 'ਚ ਪਏ ਹੋਏ ਆ ਸਾਰੇ ਪੰਜਾਬੀ ਵੀ, ਤੇ ਸਿਆਸਤਦਾਨ ਜਿਹੜੇ ਆ ਉਹ ਵੱਡੇ ਵੱਡੇ ਲਾਰੇ ਲਾ ਦਿੰਦੇ ਆ ਸਿਰਫ ਇਲੈਕਸ਼ਨ ਵਿਨ ਕਰਨ ਲਈ। ਜਦੋਂ ਪੂਰੇ ਨਹੀਂ ਹੁੰਦੇ ਤੇ ਲੋਕੀ ਫਿਰ ਹੱਥ ਮਲਦੇ ਆ। ਕੁਝ ਇਸ ਤਰ੍ਹਾਂ ਦੀ ਸਥਿਤੀ 'ਚੋਂ ਗੁਜ਼ਰ ਰਿਹਾ। ਫਿਰ ਵੀ ਆਪਾਂ ਨੂੰ ਆਸਵੰਦ ਰਹਿਣਾ ਚਾਹੀਦਾ ਔਰ ਅਰਦਾਸ ਕਰਨੀ ਚਾਹੀਦੀ ਹੈ, ਮੇਰੇ ਸੱਚੇ ਪਾਤਸ਼ਾਹ, ਜਿੱਦਾਂ ਦਾ ਪੰਜਾਬ ਸਾਡੇ ਬਜ਼ੁਰਗਾਂ ਨੇ ਵੇਖਿਆ ਜਾਂ ਮੈਂ ਵੀ ਆਪਣੀ ਹੋਸ਼ ਵਿੱਚ ਦੇਖਿਆ, ਮੇਰੀ ਇਹ ਅਰਦਾਸ ਹੋਏਗੀ, ਹੈ ਸੱਚੇ ਪਾਤਸ਼ਾਹ, ਭਾਈ ਭਾਈ ਦਾ ਦੁਸ਼ਮਣ ਕਿਉਂ ਹੋਵੇ, ਮਜ਼ਹਬ ਮਜ਼ਹਬ ਦਾ ਦੁਸ਼ਮਣ ਕਿਉਂ ਹੋਵੇ, ਅਸੀਂ ਉਸੇ ਤਰ੍ਹਾਂ ਇਕੱਠੇ ਰਹੀਏ, ਧਰਮਾਂ ਦੇ ਨਾਂ ਤੇ, ਮਜ਼ਹਬਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ, ਪਾਰਟੀਆਂ ਦੇ ਨਾਂ ਤੇ ਵੱਡ ਵਡਾਂਗਾ ਜਾਂ ਗਾਲੀ ਗਲੋਚ ਨਾ ਹੋਵੇ। ਤੁਸੀਂ ਦੇਖਿਆ ਕਿ ਬਾਹਰਲੇ ਮੁਲਕਾਂ 'ਚ ਇਲੈਕਸ਼ਨ ਓਵਰ ਆ, ਪਹਿਲੀ ਗੱਲ ਪਤਾ ਹੀ ਨਹੀਂ ਲੱਗਦਾ ਕਦੋਂ ਇਲੈਕਸ਼ਨ ਹੋ ਗਿਆ, ਜਿਹਨੂੰ ਉਹ ਲਾਈਕ ਕਰਦੇ ਜਿਤਾ ਦਿੰਦੇ ਆ, ਜਿੰਨਾ ਮਰਜ਼ੀ TV ਸ਼ੀਵੀ ਤੇ ਡਿਬੇਟ ਹੁੰਦੀ ਹੋਏਗੀ। ਤੁਹਾਡੇ ਸਿਸਟਮ ਬੜਾ ਵਧੀਆ, ਚੰਗੇ, ਤੁਸੀਂ ਬਲੈਸਡ ਨੇ, ਉੱਥੇ ਚਲੇ ਗਏ। ਔਰ ਇੱਥੇ ਜਿਹੜਾ ਆ, ਇੱਥੇ ਹਰ ਹੀਲਾ, ਹਰ ਤਰ੍ਹਾਂ ਦਾ ਝੂਠ, ਹਰ ਤਰ੍ਹਾਂ ਦਾ ਤਰੀਕਾ ਅਪਣਾ ਕੇ ਮਿਸ਼ਨ ਸਿਰਫ ਇਹੀ ਹੁੰਦਾ ਕਿ ਪਾਵਰ ਸਾਡੇ ਹੱਥ 'ਚ ਆ ਜਾਏ। ਪਾਵਰ ਤੇ ਪੈਸੇ ਦੀ ਜਿਹੜੀ ਲਸਟ ਹੈ ਨਾ ਸਰ,
ਲਸਟ ਜਿੱਥੇ ਲਫ਼ਜ਼ ਲੱਗ ਗਿਆ ਉਹ ਐਂਡਲੈਸ ਹੁੰਦੀ ਆ। ਜਦੋਂ ਪਾਵਰ ਆਉਣ ਤੋਂ ਬਾਅਦ ਵਨਿਮਰ ਹੋ ਜਾਣਗੇ, ਆਪਣੇ ਗੁਰੂਆਂ ਪੀਰਾਂ ਦੀ ਤਾਲੀਮ ਤੇ ਚੱਲਣਗੇ, ਤੇ ਫੇਰ ਇਹ ਪੰਜਾਬ ਬਹਾਲ ਹੋ ਸਕਦਾ, ਨਹੀਂ ਤਾਂ ਹਉਮੈ ਦੇ ਪੁਤਲੇ ਹੀ ਆ ਸਾਰੇ। ਅੱਛਾ, ਜਿਹੜੀ ਪਾਰਟੀ ਨਾਲ ਤੁਸੀਂ ਜੁੜੇ ਹੋ, ਉਹਨਾਂ ਦਾ ਅਕਸ ਕਿਹੋ ਜਿਹਾ ਇਸ ਵੇਲੇ? ਉਹਨੂੰ ਕਿਵੇਂ ਦੇਖਦੇ ਹੋ ਜਦੋਂ ਬਾਕੀ ਦੀਆਂ ਪਾਰਟੀਆਂ ਨੂੰ ਦੇਖਦੇ ਹੋ? ਕੰਪੇਅਰ ਕਿਵੇਂ ਕਰਦੇ ਹੋ? ਡੈਫੀਨੇਟਲੀ ਤੁਸੀਂ ਉਸ ਪਾਰਟੀ ਦੇ ਨਾਲ ਜੁੜੇ ਹੋਏ ਹੋ, ਤੁਹਾਨੂੰ ਵਧੀਆ ਲੱਗ ਰਿਹਾ ਹੋਏਗਾ, ਪਰ ਪੰਜਾਬ ਦੇ ਹਿੱਤਾਂ ਵਾਸਤੇ ਜੇ ਮੈਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਦੀ ਗੱਲ ਕਰਾਂ, ਕਿੰਨੀ ਕੁ ਗੰਭੀਰਤਾ ਦਿਖਦੀ ਹੈ ਜਦੋਂ ਤੁਸੀਂ ਕੋਈ ਗੱਲਬਾਤ ਕਰਦੇ ਹੋ? ਮੈਂ ਇੱਕ ਜਿਹੜੀ ਗੱਲ ਖੁਦ ਦੇਖੀ ਤੇ ਸੁਣੀ ਆ ਉਹੀ ਮੈਂ ਕਰ ਸਕਦਾ ਜੀ। ਜਦੋਂ ਕਿਸਾਨ ਅੰਦੋਲਨ ਸੀ ਤੇ ਬਹੁਤ ਜਦੋਂ ਜ਼ਿਆਦਾ ਕੰਮ ਭਖ ਗਿਆ ਸੀ ਤੇ ਬਹੁਤ ਸਾਰੀਆਂ ਫੋਰਸਿਸ ਨੇ ਕਿਹਾ ਜੀ ਅਗਰ ਤੁਸੀਂ ਕਹੋ ਤੇ ਉਠਾ ਦਿੰਦੇ ਹੋ। ਕਹਿਣ ਲੱਗੇ ਮੈਂ ਪੰਜਾਬੀਆਂ ਨਾਲ ਜਾਂ ਖਾਸ ਤੌਰ ਤੇ ਸਿੱਖਾਂ ਨਾਲ ਮੈਂ ਕੋਈ ਐਸਾ ਨਹੀਂ ਬਿਹੇਵ ਕਰਨਾ ਚਾਹੁੰਦਾ, ਮੈਂ ਉੱਥੇ ਰਿਹਾ ਵਾਂ, ਇਹ ਗੈਰਤਮੰਦ ਲੋਕ ਆ, ਕੋਈ ਨਹੀਂ ਉੱਠ ਜਾਣਗੇ, ਕਰ ਲਾਂਗੇ। ਕਿਉਂਕਿ ਖੇਤੀਬਾੜੀ ਕਾਨੂੰਨ ਜਦੋਂ ਬਣਿਆ ਉਦੋਂ ਇੱਕ ਬਾਦਸ਼ਾਹ ਹੁੰਦਾ, ਉਹਦੇ ਨਾਲ ਵਜ਼ੀਰ ਹੁੰਦੇ ਆ, ਉਹ ਵਜ਼ੀਰਾਂ ਦੇ ਵਿੱਚ 50% ਕਿਸਾਨ ਹੀ ਸੀਗੇ, ਜਿਹੜੇ ਵੱਡੇ ਕੈਬਨਿਟ ਮੰਤਰੀ ਵੀ ਸੀਗੇ। ਉਹਨਾਂ ਨੂੰ ਚਾਹੀਦਾ ਸੀ ਉਹ ਖੇਤੀਬਾੜੀ ਨੂੰ ਵੀ ਸਮਝਦੇ ਸੀ, ਕਿਸਾਨ ਨੂੰ ਵੀ, ਕਿਸਾਨੀ ਨੂੰ ਵੀ। ਉਹ ਕਹਿੰਦੇ ਜੀ ਇਹ ਠੀਕ ਨਹੀਂ ਕਾਨੂੰਨ। ਉਦੋਂ ਤੇ ਉਹ ਇਹਨਾਂ ਨੂੰ ਕਹਿੰਦੇ ਰਹੇ ਜੀ ਕਿ ਤੁਸੀਂ ਬਹੁਤ ਅੱਛਾ ਕਰ ਰਹੇ ਆ। ਉਹਨਾਂ ਨੇ ਆਪਣੇ ਵਜ਼ੀਰਾਂ ਦੀ ਬਣ ਕੇ, ਖੈਰ ਐਂਡ ਆਫ ਦਾ ਡੇ ਉਹਨਾਂ ਨੇ ਅਪੋਲੋਜਾਈਜ਼ ਕੀਤਾ। ਸਪੈਸ਼ਲੀ ਉਹਨਾਂ ਨੇ ਕਿਹਾ ਪੂਰੇ ਹਿੰਦੁਸਤਾਨ ਤੋਂ ਮੈਂ ਮਾਫੀ ਮੰਗਦਾ, ਔਰ ਕਿਸਾਨਾਂ ਤੋਂ ਸਪੈਸ਼ਲੀ। ਫਿਰ ਉਹ ਤੁਸੀਂ ਦੇਖੋ ਕਿ ਕਾਲੀ ਸੂਚੀ ਸੀ, ਸਰਦਾਰ ਮਨਮੋਹਨ ਸਿੰਘ ਜੀ ਇਤਨੇ ਅੱਛੇ ਆ, ਉਹਨਾਂ ਬਾਰੇ ਦੁਸ਼ਮਣ ਵੀ ਕੋਈ ਬੁਰੀ ਗੱਲ ਨਹੀਂ ਕਰਦਾ, ਸੁਪਰ ਇੰਟੈਲੀਜੈਂਟ ਸਟੇਟਸਮੈਨ ਟਾਈਪ ਪਰਸਨ ਹੈ। ਲੇਕਿਨ ਕਾਲੀ ਸੂਚੀ ਵੇਲੇ ਉਹ ਵੀ ਨਾ ਕਰ ਗਏ ਸੀ। ਮੋਦੀ ਸਾਹਿਬ ਨੇ 1 ਮਿੰਟ ਚ ਕਾਲੀ ਸੂਚੀ ਖਤਮ ਕਰਤੀ। ਫਿਰ ਗੁਰੂ ਆਪਣਾ ਕੋਈ ਗੁਰਪੁਰਬ ਹੋਵੇ, ਜਿਸ ਤਰ੍ਹਾਂ ਉਹ ਮਨਾਉਂਦੇ ਕੋਈ ਨਹੀਂ ਮਨਾਉਂਦਾ। ਹਮੇਸ਼ਾ ਪੱਗ ਬੰਨ੍ਹ ਕੇ ਜਾਂਦੇ ਆ। ਕਿਸੇ ਹੋਰ ਧਰਮ ਦੀ ਕੋਈ ਟੋਪੀ ਜਾਂ ਕੋਈ ਐਸਾ ਦੇਣ ਦੀ ਕੋਸ਼ਿਸ਼ ਕਰੇ ਉਹ ਕਬੂਲ ਨਹੀਂ ਕਰਦੇ, ਕਹਿੰਦੇ ਮੇਰਾ ਧਰਮ ਮੈਨੂੰ ਮੁਬਾਰਕ। ਜਿੱਥੇ ਸਿੱਖੀਜ਼ਮ ਦਾ ਆਉਂਦਾ ਉਹ ਹਮੇਸ਼ਾ ਅਦਬ ਇੱਜ਼ਤ ਕਰਦੇ ਆ। ਲੇਕਿਨ ਬਦਕਿਸਮਤੀ ਆ ਕਿ ਪਰਸੈਪਸ਼ਨ ਐਸੀ ਬਣ ਗਈ ਜਾਂ ਐਸਾ ਕੁਝ ਹੋ ਗਿਆ, ਉਹਦੇ ਨਾਲ ਫਿਰ ਇਹ ਹੋ ਜਾਂਦਾ। ਮੈਂ ਹੁਣ ਸੋਚਦਾ ਹੁੰਦਾ ਕਿ ਹਰਿਆਣਾ ਕਿੰਨਾ ਪਛੜਿਆ ਹੋਇਆ ਸੀ, ਸਾਡੇ ਗਵਾਂਢੀ, ਕਿਉਂਕਿ ਉੱਥੇ ਸੇਮ ਪਾਰਟੀ ਦਾ ਰਾਜ ਆ, ਬੀਜੇਪੀ ਦਾ ਹੀ, ਤੇ ਇੱਥੇ ਵੀ ਆ। ਤੇ ਦੇਖੋ ਕਿੱਡਾ ਸੋਹਣਾ ਉਹ ਇੱਧਰ ਜਾਂਦੇ, ਜਦੋਂ ਗੁੜਗਾਉਂ ਵੱਲ, ਉਧਰ ਈਵਨ ਕਰਨਾਲ ਲੱਗਦਾ, ਤੁਸੀਂ ਬਾਹਰਲੇ ਮੁਲਕਾਂ 'ਚ ਫਿਰਦੇ ਆ। ਜੇ ਅਸੀਂ ਵੀ ਥੋੜਾ ਬਹੁਤਾ ਕਦੀ ਧਿਆਨ ਨਾਲ ਦੇਖੀਏ ਕਿ ਇਸ ਬੰਦੇ ਨੇ ਪੰਜਾਬੀਆਂ ਦਾ ਨੁਕਸਾਨ ਕੀ ਕੀਤਾ, ਸਿੱਖਾਂ ਦਾ ਨੁਕਸਾਨ ਕੀ ਕੀਤਾ, ਪਹਿਲੇ ਇਹ ਦੇਖਿਆ ਜਾਵੇ। ਤੇ ਫਿਰ ਜੇ ਇਹ ਗੱਲ ਬਣੇ, ਜਿਹੜੀ ਪਾਰਟੀ ਉੱਥੇ ਸੈਂਟਰ 'ਚ ਹੋਵੇ ਉਹੀ ਸਟੇਟ 'ਚ ਹੋਵੇ, ਫਿਰ ਜਰਾ ਜ਼ਿਆਦਾ ਤਰੱਕੀ। ਹੁਣ ਇਹ ਨਾ ਵੀ ਹੋਵੇ, ਇਹਦੇ ਬਾਵਜੂਦ ਉਹ ਜਦੋਂ ਜਾਂਦੇ ਵੀ ਆ ਇਹ ਰੋਕ ਦਿੰਦੇ ਆ ਦੇਣ ਤੋਂ। ਉਹ ਵੱਡੇ ਵੱਡੇ ਪੈਕੇਜ ਲੈ ਕੇ ਫਿਰੋਜ਼ਪੁਰ ਗਏ, ਉਦੋਂ ਦੇ ਸੀਐਮ ਸਾਹਿਬ ਨੇ ਐਸਾ ਰੋਲ ਅਦਾ ਕੀਤਾ, ਉਹ ਹਾਲਾਂਕਿ ਮੇਰਾ ਪਿਆਰਾ ਆ, ਲੇਕਿਨ ਉਹ ਗਲਤੀ ਕਰ ਗਏ। ਹੁਣ ਸੋ ਪਛਤਾਉਂਦਾ ਵੀ ਆ। ਮੇਰੇ ਕੋਲ ਉਦੋਂ ਵੀ ਆਉਂਦੇ ਸੀ ਬਤੌਰ ਸੀਐਮ, ਹੁਣ ਵੀ ਆਉਂਦੇ ਆ। ਭਗਵੰਤ ਜੀ ਆ, ਹੁਣ ਸਾਰਾ ਮਿਲ ਮਿਲਾ ਕੇ ਅਗਰ ਕਰਨ ਤੇ ਉਹ ਤਾਂ ਨਾ ਨਹੀਂ ਕਰਦੇ। ਮੋਦੀ ਸਾਹਿਬ ਪੰਜਾਬ ਲਈ ਬਹੁਤ ਸੌਫਟ ਆ। ਅੱਛਾ, 1 ਮਿੰਟ ਸਾਡੇ ਕੋਲ ਹੁਣ ਰਹਿ ਗਿਆ, ਔਰ ਜਾਂਦੇ ਜਾਂਦੇ ਆਪਣੇ ਜਿਹੜੇ ਤੁਹਾਡੇ ਫੈਨਸ ਹੈ ਇੱਥੇ, ਤੁਹਾਡੇ ਭਾਈਬੰਦ ਨੇ, ਬਹੁਤ ਸਾਰੇ ਜਲੰਧਰ ਦੇ ਵੀ ਨੇ, ਦੁਆਬੇ ਦੇ ਵੀ ਨੇ, ਪਾਕਿਸਤਾਨ ਦੇ ਲੋਕ ਵੀ ਨੇ ਜਿਹੜੇ ਤੁਹਾਡੇ ਫੈਨ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ? ਮੈਂ ਇਹੀ ਦੇਣਾ ਚਾਹੁੰਦਾ ਕਿ ਤੁਸੀਂ ਪਹਿਲੀ ਗੱਲ ਤਾਂ ਭਾਗਾਂ ਵਾਲੇ ਹੋ, ਐਡੀ ਸੋਹਣੀ ਜਗ੍ਹਾ ਤੁਸੀਂ ਰਹਿੰਦੇ ਹੋ, ਜਿੱਥੇ ਜਿਨ੍ਹਾਂ ਗੱਲਾਂ ਤੋਂ ਮੈਂ ਫੈਡਅਪ ਹੋ ਜਾਂਦਾ ਉੱਥੇ ਤੁਹਾਨੂੰ ਹੋਣ ਦੀ ਲੋੜ ਨਹੀਂ। ਸਵਰਗ ਵਰਗੀ ਧਰਤੀ ਆ। ਦੇਖੋ ਨਾ ਤੁਸੀਂ, ਪਾਕਿਸਤਾਨੀ, ਹਿੰਦੁਸਤਾਨੀ, ਹੋਰ ਵੀ ਮੁਲਕਾਂ ਦੇ ਇਕੱਠੇ ਬੰਦੇ ਰਹਿੰਦੇ ਆ। ਤੇ ਮੇਰੀ ਸਾਰਿਆਂ ਨੂੰ ਇਹੀ ਆ ਕਿ ਕੋਸ਼ਿਸ਼ ਕਰੋ, ਮੁਹੱਬਤ ਦਾ ਦਾਮਨ ਨਾ ਛੱਡੋ। ਕੋਸ਼ਿਸ਼ ਕਰੋ ਜਿੱਥੇ ਵੀ ਬੈਠੇ ਆ, ਹਜ਼ਾਰਾਂ ਮੀਲ ਦੂਰ, ਆਪੋ ਆਪਣੇ ਬੰਦਿਆਂ ਨੂੰ ਕਹੋ ਉਹ ਨਫ਼ਰਤਾਂ ਛੱਡ ਕੇ, ਹਉਮੈ ਛੱਡ ਕੇ ਕਿਸੇ ਤਰ੍ਹਾਂ ਪਿਆਰ ਕਰੋ ਆਪਸ ਵਿੱਚ, ਤੇ ਆਪੋ ਆਪਣੀ ਧਰਤੀ ਦੀ ਮਦਦ ਕਰੋ। ਹਾਲਾਂਕਿ NRI ਜਿੰਨੇ ਕੰਸਰਨਡ ਆ, ਉਹਨਾਂ ਕੋਈ ਹੋਰ ਨਹੀਂ ਮੈਂ ਪੰਜਾਬ 'ਚ ਦੇਖਦਾ, ਪਰ ਉਹਨਾਂ ਦੇ ਵੀ ਦਿਲ ਟੁੱਟ ਜਾਂਦੇ ਆ ਜਦੋਂ ਉਹ ਜੋ ਚਾਹੁੰਦੇ ਆ ਉਹ ਕਰਜ਼ਾ ਕੁਰਜ਼ਾ। ਤੇ NRI ਇੰਨੇ ਬੱਬਰ ਸ਼ੇਰ ਆ, ਜਹਾਜ਼ ਰੱਖੇ ਹੋਏ ਮੈਂ ਦੇਖ ਕੇ ਗਿਆ। ਆ ਸ਼ਿਕਾਗੋ ਆਇਆ ਸੀ 10 ਕੁ ਦਿਨ ਪਹਿਲਾਂ, ਮੈਂ ਦੇਖਿਆ 2-2 3-3 ਜਹਾਜ਼ ਰੱਖੇ, ਬੋਇੰਗ ਜਹਾਜ਼ ਵੀ। ਉਹ ਕਹਿੰਦੇ ਯਾਰ ਕਰਜ਼ਾ ਤਾਂ ਅਸੀਂ ਲਾ ਦਾਂਗੇ, ਬੰਦੇ ਦੇ ਪੁੱਤ ਤੇ ਬਣ ਜਾਣ ਸਿਆਸਤਦਾਨ। ਬੜੇ ਪਿਆਰੀ ਲੋਕ ਆ ਸਾਡੇ ਵਸਦੇ, ਜਿੱਥੇ ਵੀ ਵਸਦੇ ਆ। ਮੈਂ ਸਾਰਿਆਂ ਲਈ ਅਰਦਾਸ ਕਰਦਾ, ਤੁਸੀਂ ਘੁੱਗ ਵਸੋ, ਪਰ ਸਾਡੇ ਲਈ ਜ਼ਰੂਰ ਅਰਦਾਸ ਕਰੋ
ਜਿੱਦਾਂ ਦੇ ਤੁਹਾਡੇ ਮੁਲਕ ਆ, ਕਦੀ ਸਾਡਾ ਵੀ ਇਨਫਰਾਸਟ੍ਰਕਚਰ ਤੋਂ ਲੈ ਕੇ ਇਸ ਤਰ੍ਹਾਂ ਹੀ ਲੋਕਾਂ ਦੇ ਚਿਹਰੇ ਤੇ ਖੁਸ਼ੀ ਹੋਵੇ, ਮੁਰਝਾਏ ਨਾ ਹੋਣ। ਹੁਣ ਤੇ ਬੱਚਾ ਬਾਹਰ ਚਲ ਜਾਵੇ ਤੇ ਲੱਗਦਾ ਸਹੀ ਸੁੱਖ ਸਬੀਲੀ ਨਾਲ ਆ ਜਾਵੇ। ਪੰਜਾਬ 'ਚ ਤਾਂ ਜੋ ਹਾਦਸੇ ਪਿਛਲੇ ਦਿਨਾਂ 'ਚ ਹੋਏ ਆ, ਬਹੁਤ ਡਰੇ ਹੋਏ ਲੋਕ ਆ, ਸਹਿਮੇ ਹੋਏ ਆ ਲੋਕ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੰਸਰਾਜ ਹੰਸ ਜੀ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਔਰ ਉਮੀਦ ਕਰਦੇ ਹਾਂ ਫਿਰ ਵੀ ਤੁਹਾਨੂੰ ਅਸੀਂ ਆਉਣ ਵਾਲੇ ਕੁਝ ਹੋਰ ਦਿਨਾਂ ਦੇ ਵਿੱਚ, ਮਹੀਨਿਆਂ ਦੇ ਵਿੱਚ ਦੁਬਾਰਾ ਅਸੀਂ ਲੈ ਕੇ ਆ ਸਕੀਏ, ਔਰ ਤੁਹਾਡੇ ਨਾਲ ਜਿਹੜਾ ਗੱਲਾਂ ਦਾ ਸਿਲਸਿਲਾ ਅਜੇ ਖਤਮ ਨਹੀਂ ਹੋਇਆ, ਇੱਕ ਅਸੀਂ ਵਿਰਾਮ ਦੇ ਰਹੇ ਹਾਂ, ਔਰ ਉਮੀਦ ਕਰਦੇ ਹਾਂ ਕਿ ਫਿਰ ਤੁਹਾਡਾ ਸਮਾਂ ਸਾਨੂੰ ਮਿਲੇ ਔਰ ਗੱਲਬਾਤ ਅਸੀਂ ਕਰੀਏ। ਮੈਨੂੰ ਬਹੁਤ ਚੰਗਾ ਲੱਗਾ, ਤੁਸੀਂ ਤੁਹਾਡੇ ਸਤਿਕਾਰਯੋਗ ਪਿਤਾ ਜੀ ਨੇ ਤਾਂ ਮੈਂ ਉਹਨਾਂ ਦੇ ਚਰਨ ਸਪਰਸ਼ ਕੀਤੇ, ਮੈਂ ਗੁਰੂ ਵਾਂਗ ਹੀ ਸਮਝਦਾ ਸੀ, ਤਾਂ ਇਸੇ ਕਰਕੇ ਤੁਸੀਂ ਇਤਨੇ ਜ਼ਹੀਨ ਹੋ, ਔਰ ਮੈਂ ਤੁਹਾਡੇ ਜ਼ਰੀਏ ਆਪਣੇ ਲੋਕਾਂ ਨਾਲ ਮੁਖਾਤਬ ਹੋ ਸਕਿਆ। ਜੇ ਕਿਤੇ ਵੀ, ਕਿਉਂਕਿ ਮੈਨੂੰ ਸਿਆਸੀ ਬੋਲੀ ਨਹੀਂ ਆਉਂਦੀ, ਮੈਂ ਉਹੀ ਗੱਲ ਕਰਦਾ ਜੋ ਕੁੰਡੀ ਲਾ ਕੇ ਕਰਾਂ, ਉਹੀ ਗੱਲ ਮਾਈਕ 'ਚ ਕਰਦਾ ਵਾਂ। ਜੇ ਕੋਈ ਐਸੀ ਗੱਲ ਮੇਰੇ ਮੂੰਹ ਨਿਕਲ ਗਈ ਹੋਵੇ, ਦਸਤ ਬਦਸਤਾ ਮਾਫੀ। ਸਭ ਲੋਕਾਂ ਲਈ ਮੇਰੀ ਦੁਆ ਆ, ਸਲਾਮਤ ਰਵੋ, ਖੁਸ਼ ਰਵੋ, ਲੇਕਿਨ ਸੁਰ 'ਚ ਰਵੋ। ਬਹੁਤ ਬਹੁਤ ਸ਼ੁਕਰੀਆ ਜੀ। ਡੈਫੀਨੇਟਲੀ ਕੋਸ਼ਿਸ਼ ਅਸੀਂ ਵੀ ਕਰਾਂਗੇ ਕਿ ਅਸੀਂ ਵੀ ਸੁਰ 'ਚ ਹੀ ਰਹੀਏ, ਔਰ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ। ਗੁੱਡ ਨਾਈਟ ਜੀ, ਬਹੁਤ ਬਹੁਤ ਸੁਰ 'ਚ ਸ਼ੁਕਰੀਆ। ਜਦੋਂ ਬੰਦਾ ਰਹਿੰਦਾ, ਸ਼ਾਂਤ ਰਹਿੰਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।